डंडौत बंदन अनिक बार, सर्ब कला समरथ, डोलन तेरा खौ प्रभु, नानक दे कर हथ। ज्ञान अंजन गुर दिया, अज्ञान अंधेर विनाश, हर कृपा ते संत भेटिया, नानक मन परगास। याही कुल ते प्रगट होए, ताही कुल को नाम, पुन द्वादश गुरिंद को मेरी है प्रणाम। परम सत्कारयोग सतगुरु जी दे पावन पवित्र दरबार विच बैठी हुई साध संगत जियो, अपनियां मन बिरतियां नूं एकागर करन दे लई, रसना नूं पवित्र करन लई एक वारी सारे ही रल के आखिए, धन श्री सतगुरु जगजीत सिंह सच्चे पातशाह। सतगुरु अर्जन देव सच्चे पातशाह जी दा पावन पवित्र इतिहास साहब जी श्रवण कर रहे से। इतिहास इत्थों तक पहुंचा है कि प्रिथी चंद महादेव जी नूं कहंदा है कि तू श्रेष्ठ बुद्धि दा मालक नहीं है। जेकर सामने हथ दे उत्ते एक हीरा पिया होवे ते सारे देख लेंदे ने, परख लेंदे ने ये हीरा है, पर जेड़ा सामने पई हुई चीज नूं नहीं परख सकदा, वो किस तरह वधिया जौहरी हो सकदा। इसे तरह दा प्रिथी चंद कहंदा है कि महादेव तू है। कल इत्थों तक कथा पहुंची सी, अज इत्थों अगे मैं प्रारंभ करदा। जिन अजान की संगत बरती, सोकम भेद लखें बुद्धवंत। प्रिथी चंद महादेव जी नूं कहंदा है कि जेड़े मनुख अणजाणा दी संगत करदे ने, ਉਹ ਕਦੇ ਵੀ ਮਾਨੋ ਕਿ ਬੁੱਧੀਵਾਨਾਂ ਦੇ ਭੇਦ ਨੂੰ ਸਮਝ ਨਹੀਂ ਸਕਦੇ। ਤੁਝ ਸਾਹਮਣੇ ਕਰ ਸਤਤ ਭੁਲਾਇਓ, ਗਰਭ ਤਰਤ ਜਾਂ ਤੇ ਮਨ ਚਾਹੇ। ਪ੍ਰਿਥੀ ਚੰਦ ਕਹਿੰਦਾ ਹੈ ਕਿ ਤੇਰੇ ਵਰਗਿਆਂ ਨੇ ਹੀ ਮਾਨੋ ਕਿ ਉਸਤਤੀ ਦੇ ਬਚਨ ਕਹਿ ਕੇ ਅਰਜਨ ਨੂੰ ਫੁਲਾ ਦਿੱਤਾ ਹੈ। ਇਸੇ ਕਰਕੇ ਅਰਜਨ ਬਹੁਤ ਜ਼ਿਆਦਾ ਹੰਕਾਰ ਧਾਰਨ ਕਰਨ ਲੱਗ ਪਿਆ। तो समेत ही पकर मंगावो, तब तुम्हारी अजमत लख जाहे। ਪ੍ਰਿਥੀ ਚੰਦ ਮਹਾਦੇਵ ਨੂੰ ਕਹਿੰਦਾ ਕਿ ਬਾਰ-ਬਾਰ ਤੂੰ ਅਰਜਨ ਦੀ ਅਜ਼ਮਤ ਦੀ ਗੱਲ ਕਰਦਾ ਹੈ ਕਿ ਉਹਦੇ ਵਿੱਚ ਬੜੀਆਂ ਵੱਡੀਆਂ ਕਰਾਮਾਤਾਂ ਨੇ। ਕਹਿੰਦਾ ਹੈ ਕਿ ਤੇਰੇ ਸਮੇਤ ਮੈਂ ਤੁਹਾਨੂੰ ਦੋਵਾਂ ਨੂੰ ਫੜ ਕੇ ਉੱਥੇ ਮੰਗਵਾਵਾਂਗਾ, ਫੇਰ ਪਤਾ ਲੱਗੇਗਾ ਕਿ ਕਿਹਦੇ ਵਿੱਚ ਵੱਡੀ ਕਰਾਮਾਤ ਹੈ। लगदी रग तब जान परेगो, जब होवो तुरकन बस माहे। महादेव नूं ਪ੍ਰਿਥੀ ਚੰਦ ਕਹਿੰਦਾ ਹੈ ਕਿ ਮੈਂ ਤੈਨੂੰ ਵੀ ਨਹੀਂ ਛੱਡਾਂਗਾ, ਅਰਜਨ ਦੇ ਸਮੇਤ ਤੈਨੂੰ ਵੀ ਫੜਵਾਵਾਂਗਾ, ਤੇ ਫੇਰ ਜਦੋਂ ਤੁਸੀਂ ਕੈਦ ਦੇ ਵਿੱਚ ਹੋ ਜਾਓਗੇ ਨਾ, ਤੇ ਫੇਰ ਪਤਾ ਲੱਗੇਗਾ ਕਿ ਵੱਡਾ ਕੌਣ ਹੈ ਔਰ ਛੋਟਾ ਕੌਣ ਹੈ, ਕਰਾਮਾਤ ਕਿਹਦੇ ਵਿੱਚ ਵੱਡੀ ਹੈ ਤੇ ਕਿਹਦੇ ਵਿੱਚ ਛੋਟੀ ਹੈ। मान है कौन कहो कब तेरो, जिसमें रंचक भी मत नाहे। महादेव नूं कहंदा कि दस पिंड दे विच कौन तेरी आखी हुई गल नूं मनदा है। कोई भी नहीं मनदा, इस करके मैं भी तेरी गल नूं नहीं मनांगा, क्योंकि तेरे विच ते एक रंच मात्र भी मत नहीं है, बुद्धि नहीं है। उठिया बजा हो निकट नहीं बैठो, सठ की बात सुनो नहीं कान। गुस्से दे नाल ਪ੍ਰਿਥੀ ਚੰਦ ਮਹਾਦੇਵ ਨੂੰ ਕਹਿੰਦਾ ਕਿ ਹੁਣੇ ਹੀ ਮੇਰੀਆਂ ਨਜ਼ਰਾਂ ਦੇ ਸਾਹਮਣੇ ਉੱਠ ਕੇ ਦੂਰ ਚਲਾ ਜਾ। ਕਹਿੰਦਾ ਹੈ ਕਿ ਮੈਂ ਕਦੇ ਵੀ ਮੂਰਖ ਦੀ ਗੱਲ ਸੁਣਨੀ ਨਹੀਂ ਚਾਹੁੰਦਾ, ਮੈਂ ਤੇਰੀ ਗੱਲ ਨਹੀਂ ਸੁਣਨੀ, ਮੇਰੀਆਂ ਅੱਖਾਂ ਤੋਂ ਦੂਰ ਚਲਿਆ ਜਾ। जस द्रोही अर्जन है मेरो, तस तू है अवलीन पछाण।
ਪ੍ਰਿਥੀ ਚੰਦ ਕਹਿੰਦਾ ਹੈ ਕਿ ਮੈਂ ਹੁਣ ਪਛਾਣ ਕਰ ਲਈ ਹੈ ਕਿ ਜਿਸ ਤਰ੍ਹਾਂ ਦਾ ਵੈਰੀ ਮੇਰਾ ਅਰਜਨ ਹੈ ਉਸੇ ਤਰ੍ਹਾਂ ਦਾ ਤੂੰ ਵੀ ਮੇਰਾ ਵੈਰੀ ਹੈ। ਮੈਨੂੰ ਚੰਗੇ ਤਰੀਕੇ ਦੇ ਨਾਲ ਪਤਾ ਲੱਗ ਗਿਆ। ਮੈਂ ਹਿਤ ਘਰੋਂ ਅਜਾਣ ਨਾ ਜਾਣ, ਜਿਮ ਪਸ ਕੇ ਪਟ ਭੂਖਣ ਠਾਣ। ਪ੍ਰਿਥੀ ਚੰਦ ਕਹਿੰਦਾ ਬੜੀ ਹੈਰਾਨਗੀ ਦੀ ਗੱਲ ਹੈ ਕਿ ਮੈਂ ਆਪਣਾ ਛੋਟਾ ਭਰਾ ਜਾਣ ਕੇ ਤੇਰੇ ਨਾਲ ਪਿਆਰ ਕਰਦਾ ਹਾਂ ਔਰ ਤੈਨੂੰ ਹਿੱਤ ਦੀ ਗੱਲ ਕਹਿਣਾ, ਪਰ ਤੂੰ ਐਡਾ ਵੱਡਾ ਅਣਜਾਣ ਹੈ, ਐਡਾ ਵੱਡਾ ਮੂਰਖ ਹੈ ਕਿ ਮੇਰੀ ਗੱਲ ਨੂੰ ਰਤਾ ਭਰ ਵੀ ਸਮਝਦਾ ਹੀ ਨਹੀਂ। ਕਹਿੰਦਾ ਹੈ ਕਿ ਮਹਾਦੇਵ ਤੇਰੀ ਤੇ ਹਾਲਤ ਇਸ ਤਰ੍ਹਾਂ ਦੀ ਹੈ ਕਿ ਜਿਵੇਂ ਕੋਈ ਪਸ਼ੂ ਹੋਵੇ, ਪਸ਼ੂ ਨੂੰ ਭਾਵੇਂ ਰੇਸ਼ਮੀ ਕੱਪੜੇ ਪਵਾ ਦਈਏ ਉਹਨੂੰ ਕੋਈ ਕਦਰ ਨਹੀਂ ਹੁੰਦੀ, ਤੇ ਭਾਵੇਂ ਉਹਦੇ ਗਲ ਦੇ ਵਿੱਚ ਗਹਿਣੇ ਪਾ ਦਈਏ ਉਹਨੂੰ ਰਤਾ ਵੀ ਕਦਰ ਨਹੀਂ ਹੁੰਦੀ। ਇਸੇ ਤਰ੍ਹਾਂ ਮੰਨੋ ਕਿ ਮੇਰੇ ਵਚਨਾਂ ਦੀ ਤੂੰ ਕਦਰ ਨਹੀਂ ਕੀਤੀ। ਉਲਟੋ ਸ੍ਰਿੰਗਣ ਚਹਿਤ ਚੁਭਾਵਨ, ਮੈਂ ਤੁਝ ਜਾਨੋ ਤਿਸੈ ਸਮਾਨ। ਮਹਾਦੇਵ ਤੂੰ ਤੇ ਪਸ਼ੂਆਂ ਵਰਗਾ ਹੈ, ਤੂੰ ਤੇ ਡੰਗਰਾਂ ਵਰਗਾ ਹੈ। ਜੇਕਰ ਪਸ਼ੂ ਦੇ ਗਲ ਦੇ ਵਿੱਚ ਗਹਿਣੇ ਤੇ ਸੋਹਣੇ ਕੱਪੜੇ ਪਵਾ ਦਈਏ ਤਾਂ ਵੀ ਮੰਨੋ ਕਿ ਸਿੰਘ ਮਾਰਨ ਦਾ ਯਤਨ ਕਰਦਾ ਹੈ ਔਰ ਸਿੰਘ ਚਬਾਉਣ ਦਾ ਯਤਨ ਕਰਦਾ ਹੈ। ਇਸੇ ਤਰ੍ਹਾਂ ਦਾ ਮੈਂ ਤੈਨੂੰ हे ਮਹਾਦੇਵ ਸਮਝਦਾ। ਮਹਾਦੇਵ ਨੇ ਭਾਨਿਓ ਬਾਕ ਤਬ, ਸ੍ਰੀ ਅਰਜਨ ਪੱਖੀ ਜਾਨ। ਮਹਾਦੇਵ ਨੇ ਇਸ ਤੋਂ ਬਾਅਦ ਆਖਿਆ ਕਿ ਮੈਂ ਸ੍ਰੀ ਅਰਜਨ ਦਾ ਪੱਖੀ ਹੀ ਰਵਾਂਗਾ ਭਾਵੇਂ ਕੁਝ ਵੀ ਹੋ ਜਾਵੇ। ਸ੍ਰੀ ਗੁਰ ਨੇ ਗੁਰਤਾ ਜਬ ਦੀਨਸ, ਸਭ ਸੰਗ ਆਗਿਆ ਕੀਨ ਬਖਾਨ। ਮਹਾਦੇਵ ਜੀ ਕਹਿੰਦੇ ਨੇ ਕਿ ਜਦੋਂ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਗੁਰਿਆਈ ਦਿੱਤੀ ਸੀ ਸ੍ਰੀ ਅਰਜਨ ਜੀ ਨੂੰ, ਉਸੇ ਵੇਲੇ ਸਾਰਿਆਂ ਨੂੰ ਸੁਣਾ ਕੇ ਉਹਨਾਂ ਨੇ ਆਗਿਆ ਕੀਤੀ ਸੀ, ਉਹਨਾਂ ਨੇ ਹੁਕਮ ਕੀਤਾ ਸੀ। ਚਰਨ ਪਰੋ ਅਨਸਾਰ ਰहोयन, ਹਮਨੇ ਤਬ ਹੀ ਲੀਨ ਸਮਾਨ। ਮਹਾਦੇਵ ਜੀ ਕਹਿੰਦੇ ਨੇ ਉਸ ਵੇਲੇ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਕੀਤਾ ਸੀ ਕਿ ਇਹਨਾਂ ਦੇ ਚਰਨਾਂ ਦੇ ਉੱਤੇ ਸਾਰੇ ਨਮਸਕਾਰ ਕਰੋ, ਅੱਜ ਤੋਂ ਲੈ ਕੇ ਇਹਨਾਂ ਦੇ ਅਨੁਸਾਰ ਹੀ ਚੱਲਣਾ ਹੈ, ਇਹਨਾਂ ਦੇ ਹੁਕਮ ਦੇ ਵਿੱਚ ਹੀ ਚੱਲਣਾ ਹੈ। ਕਹਿੰਦਾ ਹਮਨੇ ਤਬ ਹੀ ਲੀਨ ਸਮਾਨ। ਮਹਾਦੇਵ ਜੀ ਕਹਿੰਦੇ ਨੇ ਮੈਂ ਉਦੋਂ ਦਾ ਹੀ ਮਾਨੋ ਕਿ ਸ੍ਰੀ ਅਰਜਨ ਜੀ ਨੂੰ ਗੁਰੂ ਸਵੀਕਾਰ ਕਰ ਲਿਆ ਸੀ। ਪਿਤ ਗੁਰ ਹਰਿ ਅਵਤਾਰ ਸੰਤ ਮਨ, ਹਮ ਨ ਹਟਾਵੇਂ ਤੋਹੇ ਸਮਾਨ। ਮਹਾਦੇਵ ਜੀ ਕਹਿੰਦੇ ਨੇ ਕਿ ਸਾਡੇ ਜਿਹੜੇ ਪਿਤਾ ਸਨ, ਮਾਨੋ ਕਿ ਪਰਮੇਸ਼ਰ ਦਾ ਅਵਤਾਰ ਸਨ ਔਰ ਸ਼ਾਂਤ ਆਤਮਾ ਦੇ ਮਾਲਕ ਸਨ। ਉਹਨਾਂ ਨੇ ਜਿਹੜਾ ਹੁਕਮ ਆਖਿਆ ਹੈ ਨਾ ਉਹ ਮੈਂ ਕਦੇ ਵੀ ਮੋੜਾਂਗਾ ਨਹੀਂ। ਮੈਂ ਤੇਰੇ ਵਰਗਾ ਨਹੀਂ ਹਾਂ, ਮੈਂ ਹੁਕਮ ਨੂੰ ਮੰਨਾਂਗਾ ਔਰ ਗੁਰੂ ਅਰਜਨ ਨੂੰ ਗੁਰੂ ਜਾਣਾਂਗਾ। ਆਸਮਾਨ ਕੋ ਬਾਣ ਪ੍ਰਹਾਰ, ਉਲਟ ਲਗੇ ਤਿਸਹੂ ਕੇ ਆਏ। ਮਹਾਦੇਵ ਜੀ ਕਹਿੰਦੇ ਨੇ ਕਿ हे ਭਰਾਤਾ ਸ਼੍ਰੀ, ਜਿਹੜਾ ਵੀ ਮਨੁੱਖ ਆਕਾਸ਼ ਦੇ ਵੱਲ ਤੀਰਾਂ ਨੂੰ ਚਲਾਉਂਦਾ ਹੈ ਉਹ ਉਹਨਾਂ ਤੀਰਾਂ ਚੱਲਿਆ ਹੋਇਆਂ ਦੇ ਨਾਲ ਆਕਾਸ਼ ਦਾ ਕੁਝ ਨਹੀਂ ਵਿਗੜਦਾ, ਸਗੋਂ ਉਲਟ ਕੇ ਵਾਪਸ ਆਣ ਕੇ ਉਹ ਛੱਡੇ ਹੋਏ ਆਕਾਸ਼ ਦੇ ਵੱਲ ਤੀਰ ਉਸੇ ਨੂੰ ਹਾਨੀ ਪਹੁੰਚਾਉਂਦੇ ਨੇ। ਇਸ ਤਰ੍ਹਾਂ ਦੀਆਂ ਗੱਲਾਂ ਨਾ ਕਰ। ਸੈਲਣ ਸਾਥ ਮਾਥ ਜੋ ਮਾਰੈ, ਭਗਨ ਹੋਏ ਸਿਰ ਕਛ ਨਾ ਵਸਾਏ। ਹੋਰ ਪ੍ਰਮਾਣ ਦਿੱਤਾ ਮਹਾਦੇਵ ਜੀ ਨੇ ਕਿ ਜੇ ਕੋਈ ਮਨੁੱਖ ਪੱਥਰ ਦੇ ਵਿੱਚ ਮੱਥਾ ਮਾਰਨ ਲੱਗ ਪਵੇ ਤੇ ਪੱਥਰ ਦਾ ਮਨੁੱਖ ਕੁਝ ਵਿਗਾੜ ਨਹੀਂ ਸਕਦਾ, ਪਰ ਉਲਟਾ ਕਹਿੰਦੇ ਨੇ ਕਿ ਪੱਥਰ ਦੇ ਨਾਲ ਸਿਰ ਵੱਜਣ ਦੇ ਨਾਲ ਸਿਰ ਟੁੱਟ ਜਾਂਦਾ ਹੈ, ਕੱਛ ਨਾ ਵਸਾਏ, ਪਰ ਪੱਥਰ ਦੇ ਉੱਤੇ ਕੋਈ ਵਸ ਨਹੀਂ ਚੱਲਦਾ। ਸ਼ੇਰ ਸਰਪ ਕੇ ਦਸਨ ਗਾਹੇ ਜੋ, ਪਾਵਕ ਜਵਲਤ ਹਾਥ ਦੇ ਪਾਏ। ਮਹਾਦੇਵ ਜੀ ਕਹਿੰਦੇ ਨੇ ਕਿ ਜਿਹੜਾ ਮਨੁੱਖ ਸ਼ੇਰ ਦੇ ਜਾਂ ਸੱਪ ਦੇ ਦੰਦਾਂ ਨੂੰ ਫੜਦਾ ਹੈ ਉਹ ਨਿਸੰਸੇ ਰੂਪ ਦੇ ਵਿੱਚ ਮਰ ਜਾਂਦਾ ਹੈ। ਕਦੇ ਕੋਈ ਸ਼ੇਰ ਦੇ ਦੰਦ ਨੂੰ ਫੜ ਕੇ ਬਚਿਆ ਨਹੀਂ ਹੈ। ਇਸ ਤੋਂ ਇਲਾਵਾ ਜੇਕਰ ਸੱਪ ਦੇ ਦੰਦਾਂ ਨੂੰ ਫੜਨ ਦਾ ਯਤਨ ਕਰਾਂਗੇ ਤਾਂ ਵੀ ਮਾਰੇ ਜਾਵਾਂਗੇ। ਪਾਵਕ ਜਵਲਤ ਹਾਥ ਦੇ ਪਾਏ, ਜਿਹੜਾ ਵੀ ਮਨੁੱਖ ਬਲਦੀ ਹੋਈ ਅੱਗ ਦੇ ਵਿੱਚ ਹੱਥ ਪਾਉਂਦਾ ਹੈ ਉਹਦਾ ਹੱਥ ਜ਼ਰੂਰ ਸੜਦਾ ਹੈ। ਪਾਹਣ ਬਾਂਦੇ ਸੰਗ ਗਰੀਬ ਕੇ, ਤਰਿਓ ਚਹਿ ਭੋਜਨ ਬਲ ਲਾਏ। हे ਪ੍ਰਿਥੀ ਚੰਦ, ਜਿਹੜਾ ਮਨੁੱਖ ਆਪਣੇ ਗਲ ਦੇ ਵਿੱਚ
ਪੱਥਰ ਬਣ ਲਵੇ ਤੇ ਪਾਣੀ ਦੇ ਵਿੱਚ ਛਾਲ ਮਾਰ ਦੇਵੇ ਤੇ ਭਾਵੇਂ ਉਹਦੀਆਂ ਬਾਹਾਂ ਦੇ ਵਿੱਚ ਕਿੰਨੀ ਵੀ ਤਾਕਤ ਹੋਵੇ ਤਾਂ ਵੀ ਉਹ ਉਸ ਪਾਣੀ ਤੋਂ ਤਰ ਨਹੀਂ ਸਕਦਾ। ਤਿਮ ਤੇਰੋ ਬਿਰਤਾਂਤ ਸੁਜਨੀਅਤ ਜਾਂ ਤੇ ਕਰ ਵਿਚਾਰ ਮਨ ਮਾਨ। हे ਪ੍ਰਿਥੀ ਚੰਦ, ਤੇਰੀ ਵੀ ਵਿਥਿਆ ਇਸੇ ਤਰ੍ਹਾਂ ਦੀ ਹੈ। ਤੂੰ ਆਪਣੇ ਮਨ ਦੇ ਨਾਲ ਵਿਚਾਰ ਕਰਕੇ ਦੇਖ ਲੈ ਕਿ ਤੂੰ ਵੀ ਇਸੇ ਤਰ੍ਹਾਂ ਦਾ ਹੈ। ਮਾਨੋ ਕਿ ਆਕਾਸ਼ ਦੇ ਵੱਲ ਤੀਰਾਂ ਨੂੰ ਚਲਾ ਰਿਹਾ ਹੈ। ਇਹ ਤੀਰ ਆਕਾਸ਼ ਦਾ ਕੁਝ ਨਹੀਂ ਵਿਗਾੜਨਗੇ, ਪਰ ਤੈਨੂੰ ਜ਼ਰੂਰ ਹਾਨੀ ਪਹੁੰਚੇਗੀ। ਇਸੇ ਤਰੀਕੇ ਦੇ ਨਾਲ ਮਾਨੋ ਕਿ ਪੱਥਰ ਦੇ ਵਿੱਚ ਮੱਥਾ ਮਾਰ ਰਿਹਾ, ਪੱਥਰ ਦੇ ਵਿੱਚ ਮੱਥਾ ਮਾਰਨ ਦੇ ਨਾਲ ਪੱਥਰ ਨੇ ਨਹੀਂ ਟੁੱਟਣਾ, ਪਰ ਤੇਰਾ ਸਿਰ ਜ਼ਰੂਰ ਟੁੱਟ ਜਾਏਗਾ। ਇਸੇ ਤਰੀਕੇ ਦੇ ਨਾਲ ਮਾਨੋ ਕਿ ਸ਼ੇਰ ਦੇ ਜਾਂ ਸੱਪ ਦੇ ਮੂੰਹ ਦੇ ਵਿੱਚ ਹੱਥ ਪਾ ਰਿਹਾ, ਇਸ ਤੋਂ ਇਲਾਵਾ ਅੱਗ ਦੇ ਵਿੱਚ ਹੱਥ ਪਾ ਰਿਹਾ, ਤੇਰੇ ਹੱਥ ਨੂੰ ਅੱਗ ਸਾੜ ਦੇਗੀ। ਜੇਕਰ ਸ਼ੇਰ ਜਾਂ ਸੱਪ ਦੇ ਮੂੰਹ ਦੇ ਵਿੱਚ ਹੱਥ ਪਾਏਗਾ ਤੂੰ ਮਰ ਜਾਏਗਾ। ਤੂੰ ਮਾਨੋ ਕਿ ਆਪਣੇ ਗਲ ਦੇ ਵਿੱਚ ਅਗਿਆਨ ਦੇ ਪੱਥਰਾਂ ਦੇ ਭਾਰ ਨੂੰ ਬੰਨਿਆ ਹੋਇਆ ਤੇ ਤੂੰ ਇਸ ਸੰਸਾਰ ਸਾਗਰ ਤੋਂ ਕਿਵੇਂ ਤਰ ਸਕੇਗਾ। ਇਸੇ ਤਰ੍ਹਾਂ ਦਾ हे ਪ੍ਰਿਥੀ ਚੰਦ ਤੂੰ ਹੈ। ਸ੍ਰੀ ਗੁਰ ਪਿਤ ਕੋ ਬਾਕ ਅਟਲ ਰਹਿ ਜਿਤ ਕਿਤ ਤੇ ਤੂੰ ਪਾਵੇਂ ਹਾਨ। ਮਹਾਦੇਵ ਜੀ ਕਹਿੰਦੇ ਨੇ ਕਿ ਸਤਿਗੁਰੂ ਪਿਤਾ ਰਾਮਦਾਸ ਜੀ ਦੇ ਜਿਹੜੇ ਆਖੇ ਹੋਏ ਬਚਨ ਨੇ ਉਹ ਅਟਲ ਰਹਿਣਗੇ, ਜਿਨ੍ਹਾਂ ਨੂੰ ਦੁਨੀਆ ਦੀ ਕੋਈ ਵੀ ਤਾਕਤ ਟਾਲ ਨਹੀਂ ਸਕਦੀ। ਪਰ ਜਿੱਤ ਕੇ ਤੂੰ ਪਾਵੇਂ ਹਾਨ, ਜਿੱਥੇ ਕਿੱਥੇ ਤੈਨੂੰ ਹਾਨੀ ਹੀ ਪਹੁੰਚੇਗੀ। ਆਪਨੋ ਹਿਤ ਲਖ ਸੁਤ ਬਣਤਾ ਯੁਤ ਬਸੋ ਸੋ ਨਿਤ ਚਿਤ ਆਨੰਦ ਠਾਨ। ਇਸ ਕਰਕੇ ਮਹਾਦੇਵ ਜੀ ਕਹਿੰਦੇ ਨੇ ਕਿ ਆਪਣਾ ਹਿਤ ਲਖ ਕੇ ਆਪਣੇ ਪੁੱਤਰ ਦੇ, ਆਪਣੀ ਘਰਵਾਲੀ ਦੇ ਸਮੇਤ ਤੂੰ ਇਸੇ ਨਗਰ ਦੇ ਵਿੱਚ ਆਨੰਦ ਦੇ ਨਾਲ ਵਸ। ਮੇਲ ਕਰੋ ਨਹਿ ਅਪ ਜਸ ਪਾਵੋ ਹਰਖੋ ਹੇਰ ਲਖੋ ਪਿਤ ਥਾਨ। हे ਪ੍ਰਿਥੀ ਚੰਦ ਜੀ, ਜੇਕਰ ਮੇਲ ਕਰ ਲੋਗੇ ਸ੍ਰੀ ਅਰਜਨ ਜੀ ਦੇ ਨਾਲ ਤੇ ਫਿਰ ਤੁਹਾਨੂੰ ਜਸ ਦੀ ਪ੍ਰਾਪਤੀ ਹੋਵੇਗੀ, ਪਰ ਜੇਕਰ ਮੇਲ ਨਹੀਂ ਕਰੋਗੇ ਫਿਰ ਅਪਜਸ ਮਿਲੇਗਾ। ਹਰਖੋ ਹੇਰ ਲਖੋ ਪਿਤ ਥਾਨ। ਮੈਂ ਤੇ ਇਹ ਕਹਿੰਦਾ ਹਾਂ ਕਿ ਪਿਤਾ ਜੀ ਦੀ ਜਗ੍ਹਾ ਤੇ ਜਾਣ ਕੇ ਅਰਜਨ ਜੀ ਨੂੰ ਤੁਸੀਂ ਖੁਸ਼ੀ ਦੇ ਨਾਲ ਪ੍ਰਵਾਨ ਕਰੋ। ਪ੍ਰੀਥੀਆ ਭਨ ਭਇਓ ਮਸਤਾਨਾ ਜਿਮ ਬਾਲਕ ਬੈ ਤਿਮ ਅਨ ਜਾਣ। ਜਦੋਂ ਮਹਾਦੇਵ ਜੀ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਤੇ ਪ੍ਰੀਥੀਆ ਕਹਿੰਦਾ ਹੈ ਕਿ ਤੂੰ ਮਸਤਾਨਾ ਹੈ, ਤੇਰੇ ਵਿੱਚ ਮਤ ਨਹੀਂ ਹੈ, ਤੂੰ ਤੇ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਹੈ ਜਿਵੇਂ ਕੋਈ ਛੋਟਾ ਜਿਹਾ ਅਣਜਾਣ ਬੱਚਾ ਬੋਲਦਾ ਹੋਵੇ। ਜੋ ਮੁਝਦ ਹੈ ਕਹਿ ਬਚ ਤੈਸੋ ਚਹ ਰਹੋ ਤਿਮ ਦਾਸਣ ਸਮਾਨ। ਪ੍ਰਿਥੀ ਚੰਦ ਕਹਿੰਦਾ ਹੈ ਮਹਾਦੇਵ ਤੂੰ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਹੈ ਜਿਨ੍ਹਾਂ ਗੱਲਾਂ ਨੂੰ ਸੁਣਨ ਦੇ ਨਾਲ ਮੇਰਾ ਹਿਰਦਾ ਸੜ ਜਾਂਦਾ ਹੈ। ਚਹ ਰਹੋ ਤਿਸ ਦਾਸ ਸਮਾਨ। ਮਹਾਦੇਵ ਤੂੰ ਇਹ ਚਾਹੁੰਦਾ ਹੈ ਕਿ ਮੈਂ ਆਪਣੇ ਛੋਟੇ ਭਰਾ ਅਰਜਨ ਦਾ ਦਾਸ ਬਣ ਕੇ ਰਵਾਂ, ਪਰ ਇਹ ਕਦੇ ਹੋ ਨਹੀਂ ਸਕਦਾ। ਮੈਂ ਨਹੀਂ ਮੂਰਖ ਕਰੂੰ ਜਤਨ ਅਬ ਗੁਰ ਤਾਲੇ ਹੋ ਛੀਨ ਮਹਾਨ। ਪ੍ਰਿਥੀ ਚੰਦ ਮਹਾਦੇਵ ਜੀ ਨੂੰ ਕਹਿੰਦਾ ਹੈ ਕਿ ਮੈਂ ਤੇਰੇ ਵਰਗਾ ਵੱਡਾ ਮੂਰਖ ਨਹੀਂ ਹਾਂ, ਮੈਂ ਸਿਆਣਾ ਹਾਂ ਔਰ ਮੈਂ ਯਤਨ ਕਰਕੇ ਵੱਡੀ ਜਿਹੜੀ ਮਹਾਨ ਗੁਰਿਆਈ ਹੈ ਨਾ ਉਸ ਨੂੰ ਜ਼ਰੂਰ ਅਰਜਨ ਦੇ ਕੋਲੋਂ ਖੋ ਲਵਾਂਗਾ। ਰਹੋ ਏਕਾਕੀ ਤੁਮ ਹੋਏ ਦੋਨੋਂ ਕਰੋ ਉਪਾਉ ਹੋਗੋ ਹਾਨ। ਪ੍ਰਿਥੀ ਚੰਦ ਕਹਿੰਦਾ ਹੈ ਕਿ ਮੈਂ ਤੁਹਾਡੇ ਦੋਵਾਂ ਦੇ ਵਾਸਤੇ ਇਕੱਲਾ ਹੀ ਕਾਫੀ ਹਾਂ। ਤੁਸੀਂ ਭਾਵੇਂ ਦੋਵੇਂ ਰਲ ਜਾਓ, ਪਰ ਤੁਸੀਂ ਦੋਵੇਂ ਵੀ ਰਲ ਕੇ ਭਾਵੇਂ ਕਿੰਨੇ ਵੀ ਉਪਾਅ ਕਰੋ ਮੈਨੂੰ ਹਾਨੀ ਪਹੁੰਚਾ ਨਹੀਂ ਸਕਦੇ। ਮਹਾਦੇਵ ਕਹਿ ਨਿਜ ਹਿਤ ਕੌਲ ਹੈ ਪਰੋ ਪਾਏ ਮਿਲ ਬਸੋ ਸੁਖੈਨ। ਮਹਾਦੇਵ ਜੀ ਕਹਿੰਦੇ ਨੇ ਕਿ ਆਪਣਾ ਹਿੱਤ ਜਾਣੋ ਔਰ ਮੇਰੀ ਗੱਲ ਨੂੰ ਪ੍ਰਵਾਨ ਕਰਕੇ ਅਰਜਨ ਜੀ ਦੇ ਚਰਨਾਂ ਦੇ ਵਿੱਚ ਨਮਸਕਾਰ ਕਰ ਦਿਓ। ਜੇਕਰ ਇੰਜ ਕਰੋਗੇ ਤੇ ਸੁਖਾਂ ਦੇ ਵਿੱਚ ਵਸੋਗੇ। ਕਾਮ ਕ੍ਰੋਧ ਮਦ ਮਾਨ ਲੋਭ ਤੇ ਅਬ ਜੇ ਨਹੀਂ ਮਾਨੈ ਮਮ ਵੈਣ। ਮਹਾਦੇਵ ਜੀ ਕਹਿੰਦੇ ਨੇ ਕਾਮ ਕ੍ਰੋਧ ਹੰਕਾਰ ਮਾਨ ਲੋਭ ਇਹਨਾਂ ਸਾਰੇ ਭੈੜੇ ਗੁਣਾਂ ਨੂੰ ਧਾਰਨ ਕਰਕੇ
ਜੇ ਤੁਸੀਂ ਮੇਰੀ ਗੱਲ ਨਾ ਮੰਨੋਗੇ। ਦੁੱਖ ਤੇ ਤਰ ਦੁੱਖ ਲਹੈ ਅਨਕ ਬਿਦ ਅਪ ਜਸ ਤੇ ਅਪ ਜਸ ਬਿਨ ਚੈਨ। ਜੇ ਮੇਰੀ ਗੱਲ ਤੁਸੀਂ ਨਾ ਮੰਨੋਗੇ ਫਿਰ ਵੱਡੇ ਦੁੱਖਾਂ ਤੋਂ ਵੱਡੇ ਦੁੱਖ ਮਿਲਣਗੇ। ਇਸ ਤੋਂ ਇਲਾਵਾ ਮੰਨੋ ਕਿ ਅਨੇਕਾਂ ਤਰ੍ਹਾਂ ਦੇ ਦੁੱਖ ਮਿਲਣਗੇ। ਵੱਡੇ ਤੋਂ ਵੱਡਾ ਤੁਹਾਡਾ ਅਪ ਜਸ ਹੋਵੇਗਾ, ਨਿੰਦਿਆ ਹੋਵੇਗੀ ਤੇ ਚੈਨ ਦੂਰ ਚਲਿਆ ਜਾਏਗਾ। ਦੋਹੋਂ ਲੋਕ ਬਿਗੜੈ ਪਛਤਾਵੇਂ ਹਾਥ ਨਾ ਆਏ ਸਮੋ ਜੁਤ ਐਨ। ਮਹਾਦੇਵ ਜੀ ਕਹਿੰਦੇ ਨੇ ਕਿ ਫਿਰ ਤੁਹਾਡੇ ਦੋਵੇਂ ਲੋਕ ਗਵਾਚ ਜਾਣਗੇ। ਇਹ ਲੋਕ ਵੀ ਖਰਾਬ ਹੋਏਗਾ, ਪਰ ਲੋਕ ਹੀ ਤੁਹਾਡਾ ਵਿਗੜ ਜਾਏਗਾ। ਤੁਹਾਡੇ ਹੱਥ ਦੇ ਵਿੱਚ ਕੁਝ ਵੀ ਨਹੀਂ ਲੱਗੇਗਾ। ਮਾਨੋ ਕਿ ਘਰ ਦੇ ਸਮੇਤ ਸਮਾਂ ਜਦੋਂ ਹੱਥੋਂ ਲੰਘ ਜਾਏਗਾ। ਪ੍ਰਿਥਿਆ ਜਰਿਓ ਜਰਿਓ ਨਹੀਂ ਬਚ ਕੋ ਕਿਉਂ ਚਖਵਾਵੋ ਕਰਤ ਉੱਠ ਜਾਹੋ। ਜਦੋਂ ਮਹਾਦੇਵ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ, ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਪ੍ਰਿਥਿਆ ਜਰਿਓ, ਪ੍ਰਿਥਿਆ ਸੜ ਗਿਆ, ਜਰਿਓ ਨਹੀਂ ਬਚ ਕੋ। ਜਿਹੜੇ ਮਹਾਦੇਵ ਨੇ ਆਖੇ ਹੋਏ ਬਚਨ ਸੀ ਉਹਨਾਂ ਨੂੰ ਨਾ ਜਰਿਆ। ਔਰ ਉਸੇ ਵੇਲੇ ਗੁੱਸੇ ਦੇ ਨਾਲ ਕਹਿੰਦਾ ਚਖਵਾਵੋ ਕਰ ਤੇ ਉੱਠ ਜਾਓ। ਕਹਿੰਦਾ ਕਿ ਕਿਉਂ ਤੂੰ ਬਕਵਾਸ ਕਰਦਾ ਹੈ ਮੇਰੇ ਸਾਹਮਣੇ, ਮੇਰੀਆਂ ਨਜ਼ਰਾਂ ਤੋਂ ਦੂਰ ਚਲਿਆ ਜਾ, ਇੱਥੋਂ ਦਫਾ ਹੋ ਜਾ, ਮੈਂ ਤੇਰੀ ਕੋਈ ਵੀ ਗੱਲ ਨਹੀਂ ਸੁਣਨੀ। ਹਿਮ ਕਹਿ ਮੌਣ ਤਰੀਰ ਸਿਉਰ ਪਰ ਸਨਮੁਖ ਨਹੀਂ ਦੇਖਤ ਦੁੱਖ ਮਾਹ। ਇਸ ਤਰ੍ਹਾਂ ਕਹਿ ਕੇ ਫਿਰ ਪ੍ਰਿਥੀ ਚੰਦ ਨੇ ਮੌਨ ਨੂੰ ਧਾਰਨ ਕੀਤਾ, ਪਰ ਹਿਰਦੇ ਦੇ ਵਿੱਚ ਬਹੁਤ ਜ਼ਿਆਦਾ ਗੁੱਸਾ ਹੈ। ਮਾਨੋ ਕਿ ਮਹਾਦੇਵ ਨੂੰ ਆਪਣੇ ਸਾਹਮਣੇ ਉਹ ਦੇਖਣਾ ਨਹੀਂ ਚਾਹੁੰਦਾ। ਹੋਣ ਹਾਰ ਕੋ ਹਿਰਦੈ ਵਿਚਾਰਿਓ ਮਹਾਦੇਵ ਦਿਖ ਤਿਸ ਕੇ ਦਾਹ। ਉਸ ਵੇਲੇ ਹੋਣ ਹਾਰ ਦੀ ਵਿਚਾਰ ਕੀਤੀ ਹੈ ਮਹਾਦੇਵ ਜੀ ਨੇ ਆਪਣੇ ਦਿਲ ਦੇ ਵਿੱਚ। ਮਹਾਦੇਵ ਦਿਖ ਤਿਸ ਕੋ ਦਾਹ, ਮਹਾਦੇਵ ਜੀ ਨੇ ਦੇਖਿਆ ਕਿ ਇਹਦਾ ਜਿਹੜਾ ਹਿਰਦਾ ਹੈ ਨਾ ਉਹ ਮਾਨੋ ਕਿ ਸੜਦਾ ਜਾ ਰਿਹਾ ਹੈ। ਹੋਣੀ ਇਹਦੇ ਸਿਰ ਦੇ ਉੱਤੇ ਅਸਵਾਰ ਹੋਈ। ਚਿੰਤਾ ਸਰ ਕੋ ਮੀਨ ਬਨੋ ਨਿਤ ਸਰਾਪ ਦਿਓ ਕ੍ਰੋਧਤ ਹੋਏ ਤਾਹੋ। ਗੁੱਸੇ ਦੇ ਵਿੱਚ ਆਣ ਕੇ ਉਸ ਵੇਲੇ ਮਹਾਦੇਵ ਜੀ ਨੇ ਪ੍ਰਿਥੀ ਚੰਦ ਨੂੰ ਸਰਾਪ ਦਿੱਤਾ। ਕਹਿੰਦੇ ਨੇ ਚਿੰਤਾ ਸਰ ਕੋ ਮੀਨ ਬਨੋ ਨਿਤ। ਕਹਿੰਦੇ ਨੇ ਕਿ ਚਿੰਤਾ ਰੂਪੀ ਤਲਾਬ ਦਾ ਹਮੇਸ਼ਾ ਤੂੰ ਮੱਛ ਬਣਿਆ ਰਹਿ, ਇਸੇ ਤਰ੍ਹਾਂ ਆਪਣੀ ਜ਼ਿੰਦਗੀ ਦੇ ਦਿਨਾਂ ਨੂੰ ਬਤੀਤ ਕਰ। ਇਹ ਮਹਾਦੇਵ ਜੀ ਨੇ ਸਰਾਪ ਦਿੱਤਾ। ਤਜ ਤਿਸ ਕੋ ਉਠ ਸਾਧਨ ਸਿਧਾਰਿਓ ਬਦਿਓ ਬਖੇਰਾ ਮਨ ਅਕੋ ਲਾਏ। ਇਸੇ ਤਰ੍ਹਾਂ ਕਹਿ ਕੇ ਉਹਦੇ ਘਰੋਂ ਉੱਠ ਕੇ ਆਪਣੇ ਘਰ ਦੇ ਵੱਲ ਤੁਰ ਪਏ ਨੇ ਮਹਾਦੇਵ ਜੀ। ਤੇ ਰਸਤੇ ਦੇ ਵਿੱਚ ਸੋਚਦੇ ਹੁੰਦੇ ਨੇ ਕਿ ਬਹੁਤ ਜ਼ਿਆਦਾ ਵੱਡਾ ਜਿਹੜਾ ਵਖੇੜਾ ਹੈ ਨਾ ਉਹ ਪੈਦਾ ਹੋ ਗਿਆ। ਮਹਾਦੇਵ ਜੀ ਬਹੁਤ ਹੀ ਜ਼ਿਆਦਾ ਵਿਆਕੁਲ ਨੇ। ਨਾਮ ਪਿਤਾ ਗੁਰ ਰਾਮਦਾਸ ਕੋ ਤੁਰਕਣ ਸੋ ਮਿਲ ਕਿਆ ਕਹੇ ਜਾਏ। ਸੋਚਦੇ ਨੇ ਮਹਾਦੇਵ ਜੀ ਕਿ ਜਦੋਂ ਪ੍ਰਿਥੀ ਚੰਦ ਤੁਰਕਾਂ ਦੇ ਦਰਬਾਰ ਦੇ ਵਿੱਚ ਜਾਏਗਾ ਤੇ ਉੱਥੇ ਜਾ ਕੇ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਨਾਂ ਲਏਗਾ। ਕਹਿੰਦਾ ਕਿ ਪਤਾ ਨਹੀਂ ਫੇਰ ਕੀ ਹੋਵੇਗਾ। ਦਿਲ ਪਤ ਅਕਬਰ ਤੇ ਆਦਿਕ ਸ੍ਰੀ ਗੁਰ ਅਮਰ ਚਰਨ ਸਿਰ ਲਾਏ। ਮਹਾਦੇਵ ਜੀ ਸੋਚਦੇ ਨੇ ਕਿ ਦਿੱਲੀ ਦਾ ਪਤੀ, ਦਿੱਲੀ ਦਾ ਮਾਲਕ ਜਦੋਂ ਅਕਬਰ ਬਾਦਸ਼ਾਹ ਸੀ ਤੇ ਉਹ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਉਣ ਦੇ ਵਾਸਤੇ ਪਹੁੰਚਿਆ ਸੀ। ਆਬੈ ਨਿਲਾਇਕ ਤਿਨ ਕੇ ਆਗੇ ਚਲੇ ਪੁਕਾਰੂ ਬਾਹੋ ਉਠਾਏ। ਮਹਾਦੇਵ ਜੀ ਸੋਚਦੇ ਨੇ ਕਿ ਬਾਦਸ਼ਾਹ ਤੇ ਹਮੇਸ਼ਾ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਮੱਥਾ ਟੇਕਣ ਦੇ ਵਾਸਤੇ ਪਹੁੰਚਦੇ ਨੇ, ਪਰ ਇਹ ਨਲਾਇਕ ਪ੍ਰਿਥੀਆ ਐਸਾ ਸਾਡੀ ਕੁਲ ਦੇ ਵਿੱਚ ਜੰਮਿਆ ਕਿ ਜਿਹੜਾ ਉਹਨਾਂ ਤੁਰਕਾਂ ਦੇ ਅੱਗੇ ਜਾ ਕੇ ਫਰਿਆਦੀ ਬਣੇਗਾ ਔਰ ਬਾਹਾਂ ਉੱਚੀਆਂ ਉਠਾ ਉਠਾ ਕੇ ਦੁਹਾਈ ਦੇਗਾ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਨਾਂ ਲੈ ਕੇ। ਮੈਂ ਸਮਝਾਏ ਰਿਓ ਬਹੁ ਤੇਰਾ ਏਕ ਨ ਮਾਨੀ ਮਨ ਮੈਂ ਮਤੀਮੰਦ। ਸੋਚਦੇ ਨੇ ਕਿ ਮੈਂ ਬਹੁਤ ਜ਼ਿਆਦਾ ਸਮਝਾਉਣ ਦਾ ਯਤਨ ਕੀਤਾ ਪ੍ਰਿਥੀ ਚੰਦ ਨੂੰ, ਉਸ ਮੂਰਖ ਮਤ ਵਾਲੇ ਨੇ ਮੇਰੀ ਇੱਕ ਵੀ ਗੱਲ ਨੂੰ ਨਹੀਂ ਮੰਨਿਆ। ਹੋਣ ਹਾਰ ਕੋ ਜਾਣੇ ਕਿਆ ਹੋਏ
ਕਰ ਬਿਖਾਦ ਦੈਬੋ ਪਾਪ ਬਿਲੰਦ। ਸੋਚਦੇ ਨੇ ਕਿ ਹੋਣੀ ਇਸ ਪ੍ਰਿਥੀ ਚੰਦ ਦੇ ਸਿਰ ਦੇ ਉੱਤੇ ਅਸਵਾਰ ਹੋਈ ਹੈ, ਇਸੇ ਕਰਕੇ ਮੰਨੋ ਕਿ ਸ੍ਰੀ ਹਰਗੋਬਿੰਦ ਜੀ ਨੂੰ ਜ਼ਹਿਰ ਦੇਣ ਦਾ ਇਸ ਨੇ ਬਹੁਤ ਵੱਡਾ ਪਾਪ ਕੀਤਾ। ਚਿਤਵਤ ਸਦਾ ਅਨਰਥਨ ਬੀਤੈ, ਔਰ ਹੰਕਾਰ ਨ ਮੋਹੇ ਮਿਨੰਦ। ਸੋਚਦੇ ਨੇ ਕਿ ਪਾਪ ਚਿਤਵਦਿਆਂ ਇਹਦੀ ਸਾਰੀ ਉਮਰਾਂ ਬੀਤਦੀ ਜਾਂਦੀ ਹੈ, ਔਰ ਹੰਕਾਰ ਨਾ ਮੋਹੇ ਮਿਨੰਦ। ਇਸ ਪ੍ਰਿਥੀ ਚੰਦ ਦੇ ਮਨ ਦੇ ਵਿੱਚ ਇੰਨਾ ਵੱਡਾ ਹੰਕਾਰ ਹੈ ਕਿ ਮੇਰੀ ਬਰਾਬਰੀ ਦਾ ਹੋਰ ਦੂਜਾ ਕੋਈ ਵੀ ਨਹੀਂ। ਇਸ ਪ੍ਰਕਾਰ ਵਿਚਾਰਤ ਚਿਤ ਮੈਂ, ਗਇਓ ਸਦਨ ਮਹਿ ਸਦਾ ਆਨੰਦ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰ੍ਹਾਂ ਦੀਆਂ ਵਿਚਾਰਾਂ ਵਿਚਾਰਦੇ ਹੋਏ ਮਹਾਦੇਵ ਜੀ ਆਪਣੇ ਘਰ ਦੇ ਵਿੱਚ ਚਲੇ ਗਏ ਨੇ। ਮਾਨੋ ਕਿ ਜਿਹੜੇ ਮਹਾਦੇਵ ਜੀ ਹਮੇਸ਼ਾ ਆਨੰਦ ਦੇ ਵਿੱਚ ਰਹਿੰਦੇ ਸਨ, ਅੱਜ ਉਹਨਾਂ ਨੂੰ ਚਿੰਤਾ ਲੱਗੀ। ਨਿਜ ਘਰ ਤੇ ਪੁਨ ਮਹਾਦੇਵ ਚਲ, ਸ੍ਰੀ ਅਰਜਨ ਕੇ ਪਹੁੰਚੋ ਤੀਰ। ਮਹਾਦੇਵ ਜੀ ਜਦੋਂ ਆਪਣੇ ਘਰ ਦੇ ਵਿੱਚ ਪਹੁੰਚੇ ਨੇ, ਉੱਥੇ ਵੀ ਉਹਨਾਂ ਨੂੰ ਚੈਨ ਦੀ ਪ੍ਰਾਪਤੀ ਨਾ ਹੋਈ ਤੇ ਫਿਰ ਮਹਾਦੇਵ ਜੀ ਆਪਣੇ ਘਰੋਂ ਉੱਠ ਕੇ ਸ੍ਰੀ ਅਰਜਨ ਜੀ ਦੇ ਕੋਲ ਚਲੇ ਗਏ। ਦੇਖ ਵਿਸਾਲ ਪ੍ਰਾਤ ਕੋ ਤਤ ਛਿਨ, ਖਰੇ ਪਏ ਸਨਮਾਨ ਗਹੀਰ। ਜਦੋਂ ਹੀ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਮਹਾਦੇਵ ਜੀ ਨੂੰ ਦੇਖਿਆ ਤੇ ਸਤਿਕਾਰ ਦੇ ਵਾਸਤੇ ਉੱਠ ਕੇ ਖੜੇ ਹੋ ਗਏ ਨੇ। ਬਹੁਤ ਜ਼ਿਆਦਾ ਆਦਰ ਕਰਨ ਦੇ ਵਾਸਤੇ ਸਤਿਗੁਰੂ ਜੀ ਉੱਠ ਕੇ ਖੜੇ ਹੋਏ। ਬੰਧਨ ਕਰਕੇ ਆਪਸ ਮਾਹੀ, ਬੈਠੇ ਦੋਨੋਂ ਮਹਿਦ ਸਰੀਰ। ਉੱਠ ਕੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਮਹਾਦੇਵ ਜੀ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੀ ਹੈ, ਆਪਣਾ ਵੱਡਾ ਭਰਾਤਾ ਸਮਝ ਕੇ। ਦੂਸਰੇ ਪਾਸੇ ਮਹਾਦੇਵ ਜੀ ਨੇ ਆਪਣਾ ਗੁਰੂ ਸਮਝ ਕੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ। ਆਪਸ ਦੇ ਵਿੱਚ ਮਿਲ ਕੇ ਫਿਰ ਦੋਵੇਂ ਦੇ ਦੋਵੇਂ ਬਹਿ ਗਏ। ਸਰਲ ਮ੍ਰਿਦਲ ਰਿਦ ਅਦਬ ਜੁਕਤ ਬੁੱਧ, ਮਿਲੇ ਪ੍ਰਮੋਦਤ ਬਿਖ ਦ્વੈ ਵੀਰ। ਕਵੀ ਜੀ ਲਿਖਦੇ ਨੇ ਦੋਵਾਂ ਦੇ ਸੁਭਾਅ ਬੜੇ ਸਰਲ ਨੇ, ਦੋਵਾਂ ਦਾ ਹਿਰਦਾ ਬੜਾ ਕੋਮਲ ਹੈ, ਦੋਵੇਂ ਇੱਕ ਦੂਜੇ ਦਾ ਬਹੁਤ ਜ਼ਿਆਦਾ ਸਨਮਾਨ ਕਰਦੇ ਨੇ। ਮਿਲੇ ਪ੍ਰਮੋਦਤ ਬਿਖ ਦ્વੈ ਵੀਰ, ਦੋਵੇਂ ਭਰਾ ਮਾਨੋ ਕਿ ਬੜੀ ਖੁਸ਼ੀ ਦੇ ਨਾਲ ਆਨੰਦ ਦੇ ਨਾਲ ਮਿਲੇ ਨੇ। ਗੋਦ ਪ੍ਰਮੋਦਤ ਸ੍ਰੀ ਹਰਿ ਗੋਬਿੰਦ, ਰਖਿਆ ਸ਼ਬਦ ਬਨਾਵਤ ਹੀਰ। ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਗੋਦੀ ਦੇ ਵਿੱਚ ਬੜੇ ਆਨੰਦ ਦੇ ਨਾਲ ਹਰਗੋਬਿੰਦ ਜੀ ਬੈਠੇ ਹੋਏ ਸਨ ਤੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਾਨੋ ਕਿ ਹਰਗੋਬਿੰਦ ਦੀ ਰੱਖਿਆ ਦੇ ਸ਼ਬਦ ਉਚਾਰ ਰਹੇ ਸਨ। ਸ੍ਰੀ ਸਤਿਗੁਰ ਅਰ ਸ੍ਰੀ ਪਰਮੇਸ਼ਰ, ਇਨਕੋ ਜਸ ਜਿਨ ਬਿਖੈ ਵਡੇਰ। ਐਸੀ ਗੁਰਬਾਣੀ ਦੀ ਰਚਨਾ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਰ ਰਹੇ ਸਨ, ਜਿਸ ਗੁਰਬਾਣੀ ਦੇ ਵਿੱਚ ਮਾਨੋ ਕਿ ਪਰਮੇਸ਼ਰ ਤੇ ਸਤਿਗੁਰੂ ਦੇ ਗੁਣਾਂ ਦਾ ਗਾਣ ਹੈ ਔਰ ਉਹਨਾਂ ਦੇ ਵਿੱਚ ਗੁਰੂ ਦੇ ਤੇ ਪਰਮੇਸ਼ਰ ਦੇ ਜਸ ਵੱਡੇ ਬਿਆਨ ਕੀਤੇ ਨੇ। ਭਏ ਦਾਸ ਰਖਵਾਰੋ ਆਏ, ਸੋ ਹਾਥ ਦੇ ਰਾਖੇ ਬਹੁ ਬੇਰ। ਜਿਹੜੇ ਸਤਿਗੁਰਾਂ ਨੇ ਸ਼ਬਦ ਉਚਾਰਨ ਕੀਤੇ ਨੇ ਉਹਨਾਂ ਦਾ ਇਹ ਅਰਥ ਹੈ, ਉਹਨਾਂ ਦਾ ਇਹ ਭਾਵ ਹੈ ਕਿ ਹਮੇਸ਼ਾ ਦਾਸ ਦੇ ਰਾਖੇ ਬਣੇ ਨੇ ਪ੍ਰਭੂ ਸਤਿਗੁਰੂ, ਹੱਥ ਦੇ ਕੇ ਬਹੁਤੀ ਵਾਰੀ ਬਚਾਇਆ ਹੈ। ਮਾਤ ਪਿਤਾ ਜਿਵ ਸੁਤ ਕੋ ਰਾਖੈ, ਅਸ਼ਟ ਜਾਮ ਚਿਤਵੈ ਫਿਰ ਫੇਰ। ਮੇਰੇ ਪੁੱਤਰ ਦੀ ਸਤਿਗੁਰਾਂ ਨੇ ਇਸ ਤਰ੍ਹਾਂ ਰੱਖਿਆ ਕੀਤੀ ਹੈ ਕਿ ਜਿਵੇਂ ਮਾਤਾ ਪਿਤਾ ਬਾਰ-ਬਾਰ ਆਪਣੇ ਪੁੱਤਰ ਦੀ ਖਬਰ ਰੱਖਦੇ ਨੇ, ਅੱਠੇ ਪੈਰ ਧਿਆਨ ਦੇ ਵਿੱਚ ਰੱਖਦੇ ਨੇ, ਕਦੇ ਭੁੱਲਦੇ ਨਹੀਂ ਹਨ। ਇਸੇ ਤਰੀਕੇ ਦੇ ਨਾਲ ਮੇਰੇ ਪੁੱਤਰ ਹਰਗੋਬਿੰਦ ਦੀ ਰੱਖਿਆ ਸਵੈਮ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਕੀਤੀ। ਇਤੇ ਆਦਿਕ ਤਿਨ ਬਿਖੈ ਅਰਥ ਰਖ, ਕੀਨਸ ਆਪਣੀ ਬਿਨ ਬਖਾਨ। ਕਵੀ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਅਰਥ ਰੱਖਿਆ ਹੈ ਉਹਨਾਂ ਸ਼ਬਦਾਂ ਦੇ ਵਿੱਚ। ਇਸ ਤੋਂ ਇਲਾਵਾ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਪ ਵੀ ਆਪਣੀ ਬੇਨਤੀ ਬਿਆਨ ਕੀਤੀ।
इस प्रकार के शब्द बनाए जिनमें प्रेम प्रवाह महान। कवि जी कहते ने कि इस तरह के बहुत सारे शब्द रचे सतगुरु अर्जन देव सच्चे पातशाह जी ने, जिन्हां शब्दां दे विच मानो के प्रेम दा बहुत वड्डा प्रवाह चलदा है। श्री ग्रंथ साहिब के बिच लिख राखे सिखण हित कल्याण। श्री आदि ग्रंथ साहिब दे विच उन्हां शब्दां नूं लिखिया राखे सिखण हित कल्याण, मानो के सिखां दा कल्याण करन दे वास्ते उन्हां नूं लिखिया। ਜ਼ਾਹਰ ਅਰਥ ਜਿਨੋ ਕੋ ਪਾਸੈ, ਲੋਕ ਪ੍ਰਲੋਕ ਬਿਖੈ ਸੁਖ ਦਾਨ। ਜਿਨ੍ਹਾਂ ਸ਼ਬਦਾਂ ਦਾ ਜ਼ਾਹਰ ਰੂਪ ਦੇ ਵਿੱਚ ਅਰਥ ਪ੍ਰਗਟ ਹੁੰਦਾ ਹੈ ਤੇ ਜਿਨ੍ਹਾਂ ਸ਼ਬਦਾਂ ਨੂੰ ਪੜਨ ਦੇ ਨਾਲ ਲੋਕ ਤੇ ਪ੍ਰਲੋਕ ਦੇ ਵਿੱਚ ਸੁਖਾਂ ਦਾ ਦਾਨ ਮਿਲਦਾ ਹੈ, ਐਸੇ ਸ਼ਬਦ ਸਤਿਗੁਰਾਂ ਨੇ ਰਚੇ। ਨਿਜ ਸਿੱਖਣ ਕੋ ਮਹਿਮਾ ਪ੍ਰਭ ਕੀ, ਕਰਤ ਸੁਨਾਵਣ ਪ੍ਰੇਮ ਵਿਸਾਲ। ਮਾਨੋ ਕਿ ਪ੍ਰਭੂ ਦੀ ਕੀਰਤੀ ਨੂੰ ਸੁਣਾਉਣ ਦੇ ਵਾਸਤੇ ਪ੍ਰੇਮ ਦੇ ਨਾਲ ਸਿੱਖਾਂ ਦੇ ਵਿੱਚ ਮਹਿਮਾ ਵੱਡੀ ਪ੍ਰਗਟ ਕਰਨ ਦੇ ਵਾਸਤੇ ਸ਼ਬਦ ਰਚੇ। ਪਾਠ ਪਠੈ ਰਚਿਆ ਜਹ ਚਾਹੈ, ਹੋਏ ਸਹਾਏ ਦਿਆਲ ਤਤਕਾਲ। ਜਿਹੜਾ ਵੀ ਕੋਈ ਪਾਠ ਕਰਦਾ ਹੈ ਉਹਦੀ ਰੱਖਿਆ ਸਵੈਮ ਭਗਵਾਨ ਕਰਦੇ ਨੇ ਔਰ ਉਸੇ ਵੇਲੇ ਦਿਆਲੂ ਜੀ ਤਤਕਾਲ ਆਣ ਕੇ ਰੱਖਕ ਬਣਦੇ। महादेव इतने में आए, सुध को लेन कुशल हित नाल। इन्ने चिर नूं महादेव जी कवि जी लिखते ने कि सतगुरां नूं आण के मिले ने और कुशल हित नाल मानो के सुख शान दे वास्ते पहुंचे ने। श्री हर गोबिंद को कर दर्शन, मन मान्यो हम भये निहाल। जदों महादेव जी ने श्री हरगोबिंद जी ਦਾ ਦਰਸ਼ਨ ਕੀਤਾ ਤੇ ਮਨ ਦੇ ਵਿੱਚ ਇਹ ਮੰਨਿਆ ਕਿ ਮੈਂ ਨਿਹਾਲ ਹੋ ਗਿਆ ਹਾਂ, ਮੈਂ ਕਿਰਤਾਰਥ ਹੋ ਗਿਆ। श्री गुर रामदास कुल प्राची, उदत्या चंद मनिंद आनंद। महादेव जी विचारते ने कि सतगुरु रामदास सच्चे पातशाह जी दी कुल नूं उज्जवल करन दे वास्ते श्री हरगोबिंद जी ने इस कुल दे विच जन्म लिया है। मानो के कुल रूपी पूर्व दिशा दे विच प्रकाश होए हन चंद्रमा दे वांग, क्योंकि पुण्या दा जिहड़ा चंद्रमा है ना वो पूर्व वल्लों चढ़दा है। इस करके कवि जी ने ये गल लिखी। उज्जल दिपै जामनी सिखी, ज्ञानवान सिख जुत उड बृंद। हुण दो तरह दे प्रमाण कवि जी ने बयान करने ने। पहले जिहड़े प्रमाण ने वो रात दे वास्ते ने, अगे जिहड़े प्रमाण ने वो दिन दे वास्ते ने। हुण पहले जिहड़े प्रमाण ने वो रात दे वास्ते दसदे ने, क्योंकि श्री हरगोबिंद जी नूं चंद्रमा दे नाल शोभा दित्ती है। इस करके हुण रात दा बयान करनगे कि मानो पुण्या दे चंद्रमा वर्गे प्रकाशमान ने और कहंदे ने जामनी सिखी ज्ञानवान सिख जुत उड बृंद। मानो के निर्मल प्रकाश रही है सिखी रूपी रात। सिखी रूपी जिहड़ी रात है ना वो मानो के बड़ी प्रकाशमान है उस चंद्रमा दी रोशनी दे कारण। ते इस रात दे विच जिहड़े सिख ने ना, जिहड़े ज्ञान वाले ने, वो मानो के तारियां दे वर्गे ने, क्योंकि रात दा सारा जिहड़ा सीन है ना ओनू बयान कीता है। संगत देश विदेशन की गन कानन कैरव को बिग संत। देशां विदेशां दी जिन्नी भी संगत है वो मानो के कवियां दे बन दे वांग खिड़दी। जिम कश्यप कर सूरज जन्म्यो, श्री अर्जन के हर गोबिंद। ये ते प्रमाण दिता है रात दा, पर अगे हुण कवि जी मानो के सूरज दा जिहड़ा रूपक है ना उस नूं बनदे ने। अगे लिखदे ने कि जिवें कश्यप ऋषि दे घर दे विच सूरज ने जन्म लिया सी, इस तरीके दे नाल मानो के सतगुरु अर्जन दे घर दे विच श्री हरगोबिंद जी ने अवतार धारण किया। हुण दिन दी शोभा करनगे ते रात दी निंदिया होवे। निशा अविद्या नाशन कीनस, आंध आलूक जे निंदक निंद। कहंदे ने कि जिहड़ी निशा है, जिहड़ी रात है वो अविद्या दी रात है
ਤੇ ਜਦੋਂ ਸੂਰਜ ਦਾ ਚੜ੍ਹਾਅ ਹੁੰਦਾ ਹੈ ਤੇ ਰਾਤ ਮੁੱਕ ਜਾਂਦੀ ਹੈ। ਇਸੇ ਤਰੀਕੇ ਦੇ ਨਾਲ ਮੰਨੋ ਕਿ ਜਦੋਂ ਸੂਰਜ ਵਰਗੇ ਸ੍ਰੀ ਹਰਗੋਬਿੰਦ ਜੀ ਅਵਤਾਰ ਧਾਰਨ ਕੀਤਾ ਤੇ ਅਵਿਦਿਆ ਦੀ ਰਾਤ ਖਤਮ ਹੋ ਗਈ ਤੇ ਕੀਨਸ ਅੰਧ ਅਲੂਕ ਜੇ ਨਿੰਦਕ ਨਿੰਦ, ਜਿਹੜੇ ਨਿੰਦਿਆ ਕਰਨ ਵਾਲੇ ਨਿੰਦਕ ਸਨ ਉਹ ਉੱਲੂਆਂ ਵਰਗੇ ਸਨ, ਜਿਹੜੇ ਕਿ ਰਾਤ ਦੇ ਵੇਲੇ ਵਿਚਰਦੇ ਸਨ। ਪਰ ਜਦੋਂ ਸਵੇਰਾ ਚੜਿਆ, ਜਦੋਂ ਸੂਰਜ ਦੀ ਰੋਸ਼ਨੀ ਹੋਈ ਤੇ ਉੱਲੂਆਂ ਵਰਗੇ ਨਿੰਦਕ ਅੰਨੇ ਹੋ ਗਏ। ਕਿਉਂਕਿ ਆਮ ਆਪਾਂ ਇਸ ਗੱਲ ਨੂੰ ਜਾਣਦੇ ਹਾਂ ਕਿ ਉੱਲੂਆਂ ਨੂੰ ਚਮਗਿੱਦੜਾਂ ਨੂੰ ਦਿਨੇ ਦਿਸਦਾ ਨਹੀਂ ਹੈ, ਉਹ ਰਾਤ ਨੂੰ ਦੇਖਦੇ ਨੇ। ਸੰਤ ਅਨੰਤ ਕਮਲ ਬਿਗ ਸੰਤਤ ਚਪੇ ਚੋਰ ਦੋਹੀ ਦੁੱਖ ਬ੍ਰਿੰਦ। ਜਦੋਂ ਦਿਨ ਦਾ ਚੜ੍ਹਾਅ ਹੋਇਆ ਤੇ ਮਾਨੋ ਅਨੰਤ ਜਿਹੜੇ ਸੰਤ ਨੇ, ਜਿਹੜੇ ਕਿ ਕਮਲਾ ਵਰਗੇ ਨੇ, ਉਹ ਬਹੁਤ ਜ਼ਿਆਦਾ ਖਿੜ ਗਏ ਨੇ ਤੇ ਦੂਸਰੇ ਪਾਸੇ ਜਿਹੜੇ ਚੋਰ ਨੇ ਤੇ ਜਿਹੜੇ ਦਰੋਹੀ ਨੇ ਉਹ ਮਾਨੋ ਕਿ ਬਹੁਤ ਹੀ ਜ਼ਿਆਦਾ ਡਰ ਗਏ। ਤੁਰਕ ਤੇਜ ਤਮ ਪਤੀ ਕੋ ਤਾੜਤ ਤ੍ਰਿਸਕ੍ਰਿਤ ਤਾਰਨ ਬੀਰਨ ਧੁੰਦ। ਕਹਿਣ ਤੋਂ ਭਾਵ ਇਹ ਹੈ ਕਿ ਹਰਗੋਬਿੰਦ ਰੂਪੀ ਸੂਰਜ ਤੁਰਕ ਤੇਜ ਦੇ ਚੰਦਰਮਾ ਨੂੰ ਤਾੜਨਾ ਕਰਦਾ ਹੈ, ਉਹਨੂੰ ਤਾੜਦਾ ਹੈ, ਕਿਉਂਕਿ ਤ੍ਰਿਸਕ੍ਰਿਤ ਤਾਰਨ ਬੀਰਨ ਧੁੰਦ। ਕਹਿਣ ਤੋਂ ਭਾਵ ਇਹ ਹੈ ਕਿ ਨਿਰਾਦਰ ਕਰਦੇ ਹਨ ਸੂਰਮਿਆਂ ਰੂਪ ਤਾਰਿਆਂ ਦਾ ਤੁਰਕ, ਇਸ ਕਰਕੇ ਉਹਨਾਂ ਨੂੰ ਤਾੜਨਾ ਕਰਦੇ ਨੇ ਹਰਗੋਬਿੰਦ ਜੀ। ਇਮ ਅਨੁਮਾਨਤ ਮਹਾਦੇਵ ਮਨ ਪ੍ਰੇਮ ਕਰੇ ਬਹੁਲੀਨ ਉਛੰਗ। ਇਸ ਤਰ੍ਹਾਂ ਦੇ ਬਹੁਤ ਸਾਰੇ ਮਹਾਦੇਵ ਜੀ ਨੇ ਅਨੁਮਾਨ ਲਾਏ ਨੇ, ਬੜਾ ਪ੍ਰੇਮ ਕੀਤਾ ਹੈ ਤੇ ਫਿਰ ਸ੍ਰੀ ਹਰਗੋਬਿੰਦ ਜੀ ਨੂੰ ਆਪਣੀ ਗੋਦੀ ਦੇ ਵਿੱਚ ਮਹਾਦੇਵ ਜੀ ਨੇ ਚੁੱਕ ਲਿਆ। ਮੋਹ ਸੁਨਾਵੋ ਦਰੋਹ ਦੁਸ਼ਟ ਕੋ ਤਰੋਹ ਕੀਨ ਜਿਮ ਮਿਲ ਦਿਜ ਸੰਗ। ਗੋਦੀ ਦੇ ਵਿੱਚ ਹਰਗੋਬਿੰਦ ਨੂੰ ਚੁੱਕਣ ਤੋਂ ਬਾਅਦ ਮਹਾਦੇਵ ਜੀ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ ਨੇ ਕਿ ਮੈਨੂੰ ਸੁਣਾਓ ਕਿ ਕਿਸ ਤਰ੍ਹਾਂ ਦਾ ਪ੍ਰਿਥੀ ਚੰਦ ਨੇ ਤੁਹਾਡੇ ਨਾਲ ਦਰੋਹ ਕੀਤਾ, ਕਿਸ ਤਰੀਕੇ ਦੇ ਨਾਲ ਉਹ ਪੰਡਤ ਦੇ ਨਾਲ ਮਿਲਿਆ। ਰੱਖਿਆ ਕਪਾਰ ਬ੍ਰਹਮ ਗੁਰ ਨਾਨਕ ਕਿਮ ਸਹਾਇ ਕੀਨ ਸਮ੍ਰਿਧ ਅੰਗ। ਮਹਾਦੇਵ ਜੀ ਕਹਿੰਦੇ ਨੇ ਕਿ ਪਾਰ ਬ੍ਰਹਮ ਦਾ ਰੂਪ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਕਿਹੜੇ ਤਰੀਕੇ ਦੇ ਨਾਲ ਇਸ ਮਾਸੂਮ ਦੇ ਕੋਮਲ ਅੰਗਾਂ ਦੀ ਰੱਖਿਆ ਕੀਤੀ, ਸਾਰਾ ਪ੍ਰਸੰਗ ਸੁਣਾਓ। ਪ੍ਰਿਥਕ ਕਰਿਓ ਕਿਮ ਜਨਨੀ ਦਾਸਨ ਤਿਆਗ ਸਰਬ ਹੀ ਭਏ ਨਿਸੰਗ। ਮਹਾਦੇਵ ਜੀ ਕਹਿੰਦੇ ਨੇ ਕਿ ਗੰਗਾ ਕਦੇ ਵੀ ਆਪਣੇ ਪੁੱਤਰ ਦਾ ਖਹਿੜਾ ਨਹੀਂ ਛੱਡਦੀ। ਦੱਸੋ ਕਿ ਕਿਹੜੇ ਤਰੀਕੇ ਦੇ ਨਾਲ ਇਹ ਹਰਗੋਬਿੰਦ ਜੀ ਆਪਣੀ ਮਾਂ ਤੋਂ ਵਿਛੜ ਗਏ। ਇਸ ਤੋਂ ਇਲਾਵਾ ਦਾਸਾਂ ਨੇ ਵੀ ਕੋਈ ਧਿਆਨ ਨਾ ਰੱਖਿਆ, ਕਿਵੇਂ ਸਾਰੇ ਦੇ ਸਾਰੇ ਬੇਫਿਕਰ ਹੋ ਗਏ ਤੇ ਹਰਗੋਬਿੰਦ ਨੂੰ ਕਿਉਂ ਕੱਲਾ ਛੱਡਿਆ। ਸ੍ਰੀ ਅਰਜਨ ਕਹਿ ਦਿਜ ਇਹ ਬੈਠਿਓ ਇਸ ਕੋ ਬੂਝ ਲਿਓ ਸਭ ਬਾਤ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮਹਾਦੇਵ ਜੀ ਇਹ ਪੰਡਤ ਸਾਡੇ ਲਾਗੇ ਹੀ ਬੈਠਾ ਹੈ, ਜੋ ਪੁੱਛਣਾ ਹੈ ਇਹਦੇ ਤੋਂ ਹੀ ਪੁੱਛ ਲਓ। ਇਹ ਕਾਕੀ ਸਭ ਹਣ ਤੇ ਕੀਨਸ ਉਪਰ ਲੈ ਗਮਣਿਓ ਦਦ ਖਾਤ। ਹੁਣ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਬੜੇ ਥੋੜੇ ਸ਼ਬਦਾਂ ਦੇ ਵਿੱਚ ਇਹ ਬਿਆਨ ਕਰਨਗੇ ਕਿ ਕੀ ਕੁਝ ਪੰਡਤ ਨੇ ਕਿਸ ਤਰ੍ਹਾਂ ਕੀਤਾ। ਕਹਿੰਦੇ ਨੇ ਕਿ ਸਾਰਿਆਂ ਤੋਂ ਇਕੱਲਾ ਜਾਣ ਕੇ ਇਹ ਚੁਬਾਰੇ ਦੇ ਵਿੱਚ ਦਹੀਂ ਖਵਾਉਣ ਦੇ ਵਾਸਤੇ ਪੰਡਤ ਹਰਗੋਬਿੰਦ ਨੂੰ ਲੈ ਗਏ। ਸਹਿਜ ਸੁਭਾਇਕ ਰਹੇ ਸਕਲ ਨਰ ਲਖਿਓ ਨਾ ਕਿਨਹੂ ਇਹ ਬਿਰਤਾਂਤ। ਗੁਰੂ ਜੀ ਕਹਿੰਦੇ ਨੇ ਕਿ ਸਹਿਜ ਸੁਭਾਅ ਆਪੋ ਆਪਣੇ ਕੰਮਾਂ ਦੇ ਵਿੱਚ ਦਾਸ ਤੇ ਗੰਗਾ ਲੱਗੇ ਰਹੇ, ਪਰ ਕਿਸੇ ਨੇ ਵੀ ਇਸ ਗੱਲ ਨੂੰ ਨਾ ਜਾਣਿਆ। ਰੋਦਤ ਊਚ ਪੁਕਾਰਤ ਜਬ ਹੂੰ ਅਨਵਾਇਓ ਹਮਨੇ ਤਿਸ ਭਾਂਤ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਪਤਾ ਤੇ ਉਦੋਂ ਲੱਗਾ ਜਦੋਂ ਉੱਚੀ ਉੱਚੀ ਹਰਗੋਬਿੰਦ ਨੇ ਚੀਕਾਂ ਮਾਰੀਆਂ ਤੇ ਰੋਏ। ਇਸ ਤੋਂ ਬਾਅਦ ਗੁਰੂ ਜੀ ਕਹਿੰਦੇ ਨੇ ਕਿ ਫਿਰ ਮੈਂ ਆਪਣੇ ਕੋਲ ਇਹਨਾਂ ਨੂੰ ਮੰਗਵਾ ਲਿਆ। ਦਦੀ ਖੁਲਾਏ ਰਹੇ ਨਹੀਂ ਖਾਈ ਕੂਕਰ ਖਾਈ ਮਰਿਓ ਤੁਰੰਤ। ਬੜਾ ਦਹੀਂ ਖਵਾਉਣ ਦਾ ਯਤਨ ਕੀਤਾ ਪਰ ਹਰਗੋਬਿੰਦ ਨੇ ਦਹੀਂ ਨਹੀਂ ਖਾਧਾ। ਆਖਰ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਨੇ ਕਿ ਮੈਂ ਕੁੱਤੇ ਦੇ ਅੱਗੇ ਦਹੀਂ ਪਾ ਦਿੱਤਾ, ਕੁੱਤਾ ਦਹੀਂ ਨੂੰ ਖਾ ਕੇ ਮਰ ਗਿਆ। ਮਹਾਦੇਵ ਸੋ ਦਿਜ ਨੇ ਪਾਖੀ
ਡੂਬਤ ਪ੍ਰਿਥਿਆ ਪਾਪ ਕਰੰਤ। ਉਸ ਵੇਲੇ ਜਿਹੜਾ ਪੰਡਤ ਸੀ ਜਿਨੇ ਸਾਰਾ ਕੁਝ ਕੀਤਾ ਸੀ, ਉਹ ਹੱਥ ਜੋੜ ਕੇ ਮਹਾਦੇਵ ਜੀ ਨੂੰ ਕਹਿੰਦਾ ਹੈ, ਪ੍ਰਿਥੀ ਆਪ ਤੇ ਪਾਪਾਂ ਦੇ ਵਿੱਚ ਡੁੱਬ ਰਿਹਾ ਸੀ, ਪਰ ਮੇਰੀ ਮੱਤ ਨੂੰ ਵੀ ਉਸਨੇ ਬਿਰਮਾ ਲਿਆ ਤੇ ਮੈਨੂੰ ਵੀ ਡੋਬਣ ਦਾ ਉਸਨੇ ਯਤਨ ਕੀਤਾ। ਮੁਝ ਕੋ ਭੀ ਗਹਿ ਲਗਿਓ ਡੁਬਾਵਣ, ਆਪਣੇ ਸੰਗ ਅਦਕ ਅਗਵੰਤ। ਜਿਹੜਾ ਬਹੁਤ ਵੱਡਾ ਪਾਪ ਕਰਨ ਵਾਲਾ ਪਾਪੀ ਹੈ, ਉਹ ਆਪ ਤੇ ਪਾਪਾਂ ਦੀ ਨਦੀ ਦੇ ਵਿੱਚ ਡੁੱਬ ਹੀ ਰਿਹਾ ਸੀ, ਪਰ ਪੰਡਤ ਕਹਿੰਦਾ ਹੈ ਕਿ ਮੈਨੂੰ ਵੀ ਫੜ ਕੇ ਉਸਨੇ ਡੁਬਾਉਣ ਦਾ ਵੱਡਾ ਯਤਨ ਕੀਤਾ। ਕਰਾਮਾਤ ਸਾਹਿਬ ਗੁਰ ਨੰਦਨ, ਅੰਤਰ ਜਾਮੀ ਸਰਬ ਲਖੰਤ। ਪੰਡਤ ਕਹਿੰਦਾ ਹੈ ਕਿ ਕਰਾਮਾਤ ਦੇ ਮਾਲਕ ਨੇ ਇਹ ਗੁਰੂ ਦੇ ਪੁੱਤਰ ਹਰਗੋਬਿੰਦ ਜੀ, ਜਿਹੜੇ ਕਿ ਅੰਤਰਜਾਮੀ ਨੇ, ਜਿਨ੍ਹਾਂ ਨੇ ਸਾਰਾ ਪਾਪ ਮੇਰਾ ਸਮਝ ਲਿਆ। ਪਾਪ ਜਾਣ ਕੇ ਆਚਿਓ ਨਾ ਮੁਖ ਮੈਂ ਬਚ ਰਹਿਓ ਸੋ ਨਰਕ ਪਰੰਤ। ਮਾਨੋ ਕਿ ਪਾਪ ਜਾਣ ਕੇ ਇਹਨਾਂ ਨੇ ਜ਼ਹਿਰ ਵਾਲਾ ਦਹੀਂ ਨਾ ਮੂੰਹ ਦੇ ਵਿੱਚ ਪਾਇਆ, ਤੇ ਇਸ ਤਰ੍ਹਾਂ ਕਰਨ ਦੇ ਨਾਲ ਮਾਨੋ ਕਿ ਮੈਂ ਵੀ ਨਰਕਾਂ ਦੇ ਵਿੱਚ ਪੈਣੋਂ ਬਚ ਗਿਆ। ਆਦਮ ਉਦਾਹਰਨ ਬਿਰਦ ਸੰਭਾਰਿਓ, ਬਖਸ਼ਿਓ ਕਿਰਪਾ ਕਰੀ ਭਗਵੰਤ। ਮੈਨੂੰ ਆਦਮ ਨੂੰ, ਪਾਪੀ ਨੂੰ ਉਦਾਹਰਣ ਦੇ ਵਾਸਤੇ, ਆਪਣੇ ਬਿਰਦ ਦੀ ਲਾਜ ਰੱਖਣ ਦੇ ਵਾਸਤੇ ਇਹਨਾਂ ਨੇ ਮੇਰੀ ਸਾਂਭ ਕੀਤੀ ਤੇ ਮੈਨੂੰ ਬਖਸ਼ ਦਿੱਤਾ, ਕਿਰਪਾ ਕੀਤੀ ਹੈ ਬਹੁਤ ਵੱਡੀ ਭਗਵਾਨ ਰੂਪ ਨੇ। ਕੌਣ ਕੌਣ ਗੁਣ ਇਨਕੇ ਉਚਰੋਂ, ਜਾਣੈ ਪਰੈ ਆਵੇ ਅਗਹੰਤ। ਹੁਣ ਪੰਡਤ ਕਹਿੰਦਾ ਹੈ ਕਿ ਕਿਹੜੇ ਕਿਹੜੇ ਹਰਗੋਬਿੰਦ ਜੀ ਦੇ ਗੁਣਾਂ ਦਾ ਮੈਂ ਬਿਆਨ ਕਰਾਂ। ਜਾਣੈ ਪਰੈ ਆਵੇ ਅਗਹੰਤ ਕਹਿਣ ਤੋਂ ਭਾਵ ਇਹ ਹੈ ਕਿ ਹੁਣ ਤੋਂ ਹੀ ਜਾਣਿਆ ਜਾਂਦਾ ਹੈ ਕਿ ਇਹ ਮਾਨੋ ਕਿ ਪਾਪਾਂ ਦਾ ਨਾਸ਼ ਕਰਨ ਵਾਲੇ। ਮਹਾਪੁਰਖ ਅਵਤਾਰ ਜੋ ਪੂਰਨ, ਕਾਜ ਕਰਨ ਹਿਤ ਨਰ ਤਨਵੰਤ। ਇਹ ਮਹਾਪੁਰਖ ਨੇ, ਇਹ ਅਵਤਾਰ ਨੇ, ਮਾਨੋ ਕਿ ਦਾਸਾਂ ਦੇ ਕਾਰਜ ਨੂੰ ਪੂਰਿਆ ਕਰਨ ਵਾਲੇ ਨੇ ਔਰ ਮਨੁੱਖਾਂ ਦਾ ਪਾਰ ਉਤਾਰਾ ਕਰਨ ਵਾਲੇ ਨੇ। ਬਿਸਮੈ ਮਹਾਦੇਵ ਪੁਨ ਭਾਖੀ, ਮੈਂ ਸਮਝਾਏ ਰਹਿਓ ਅਬ ਜਾਏ। ਇਸ ਵਾਰਤਾ ਨੂੰ ਸੁਣ ਕੇ ਮਹਾਦੇਵ ਜੀ ਬਹੁਤ ਹੀ ਜ਼ਿਆਦਾ ਹੈਰਾਨ ਹੋਏ ਨੇ। ਇਸ ਤੋਂ ਇਲਾਵਾ ਮਹਾਦੇਵ ਜੀ ਨੇ ਆਖਿਆ, ਕਹਿੰਦੇ ਨੇ ਮੈਂ ਸਮਝਾਏ ਰਹਿਓ ਅਬ ਜਾਏ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ ਨੇ ਮਹਾਦੇਵ ਜੀ ਕਿ ਮੈਂ ਵੀ ਗਿਆ ਸਾਂ ਪ੍ਰਿਥੀ ਚੰਦ ਦੇ ਕੋਲ, ਮੈਂ ਉਹਨੂੰ ਬਹੁਤ ਜ਼ਿਆਦਾ ਸਮਝਾਉਣ ਦਾ ਯਤਨ ਕੀਤਾ। ਆਗ ਦੀਰਗ ਨੇ ਤਿਸੈ ਦਬਾਇਓ, ਸੁਣ ਸ਼ੁਭ ਬਾਤ ਨਹੀਂ ਮੰਨ ਲਿਆਏ। ਮਹਾਦੇਵ ਜੀ ਕਹਿੰਦੇ ਨੇ ਕਿ ਵੱਡੇ ਪਾਪ ਨੇ ਉਸ ਨੂੰ ਐਸਾ ਆਪਣੀ ਪਕੜ ਦੇ ਵਿੱਚ ਦੱਬਿਆ ਹੋਇਆ ਕਿ ਮਨ ਨੂੰ ਚੰਗੀ ਗੱਲ ਉਹਨੂੰ ਚੰਗੀ ਹੀ ਨਹੀਂ ਲੱਗਦੀ। ਮੈਂ ਬੜਾ ਸਮਝਾਇਆ ਪਰ ਉਹਨੇ ਮੇਰੀ ਗੱਲ ਨਹੀਂ ਮੰਨੀ। ਦਿੱਲੀ ਗਮਨ ਤੁਰ ਕਯਾਗਾਰੀ, ਦੀਨ ਹੋਏ ਗੋਬਿਨ ਅਲਾਏ। ਮਹਾਦੇਵ ਜੀ ਕਹਿੰਦੇ ਨੇ ਕਿ ਦਿੱਲੀ ਜਾਵੇਗਾ, ਤੁਰਕਾਂ ਦੇ ਅੱਗੇ ਜਾ ਕੇ ਫਰਿਆਦ ਕਰੇਗਾ ਬਹੁਤ ਹੀ ਜ਼ਿਆਦਾ ਦੀਨ ਹੋ ਕੇ। ਹਮਰੇ ਵੱਡਿਆਂ ਕੇ ਪਗ ਪਰਤੇ, ਆਸ ਵਡਿਆਈ ਲਖੇ ਨਾ ਕਾਏ। ਮਹਾਦੇਵ ਜੀ ਕਹਿੰਦੇ ਨੇ ਕਿ ਜਿਹੜੇ ਬਾਦਸ਼ਾਹ ਸਾਡੇ ਵੱਡਿਆਂ ਦੇ ਚਰਨਾਂ ਦੇ ਵਿੱਚ ਡਿੱਗਦੇ ਰਹੇ ਨੇ, ਉਹਨਾਂ ਬਾਦਸ਼ਾਹਾਂ ਦੇ ਅੱਗੇ ਜਾ ਕੇ ਫਰਿਆਦ ਕਰੇਗਾ, ਮਾਨੋ ਕਿ ਵੱਡਿਆਂ ਦੀ ਵਡਿਆਈ ਨੂੰ ਉਹ ਰਤਾ ਵੀ ਨਹੀਂ ਜਾਣਦਾ। ਵੱਡੋ ਬੈਸ ਮੈਂ ਅਲਪ ਬੁੱਧ ਜਿਸ, ਪਾਪ ਬਾਦ ਬਿਨ ਬੋਲਤ ਨਾਹੇ। ਮਹਾਦੇਵ ਜੀ ਕਹਿੰਦੇ ਨੇ ਕਿ ਉਮਰ ਦੇ ਵਿੱਚ ਤੇ ਜ਼ਰੂਰ ਸਾਡੇ ਤੋਂ ਵੱਡਾ ਹੈ, ਪਰ ਬੁੱਧੀ ਦੇ ਵਿੱਚ ਬੜਾ ਛੋਟਾ ਹੈ, ਵਧੇਰੇ ਉਸ ਦੇ ਵਿੱਚ ਬੁੱਧੀ ਨਹੀਂ ਹੈ। ਪਾਪ ਬਾਦ ਬਿਨ ਬੋਲਤ ਨਾਹੇ, ਜਦੋਂ ਬੋਲਦਾ ਹੈ ਪਾਪ ਕਰਨ ਦੇ ਵਾਸਤੇ ਬੋਲਦਾ ਹੈ, ਜਦੋਂ ਕੁਝ ਕਰਦਾ ਹੈ ਤੇ ਮਾਨੋ ਕਿ ਪਾਪ ਹੀ ਕਰਦਾ ਹੈ। ਕਪਟ ਲਪਟ ਘਟ, ਦਪਟ ਦਰੋਹ ਨਿਤ। ਮਹਾਦੇਵ ਜੀ ਕਹਿੰਦੇ ਨੇ ਕਿ ਮਾਨੋ ਛਲ ਦੇ ਨਾਲ, ਫਰੇਬ ਦੇ ਨਾਲ ਉਹਦਾ ਹਿਰਦਾ ਲਪੇਟਿਆ ਹੋਇਆ। ਦਪਟ ਧਰੋਹ ਨਿਤ, ਮਾਨੋ ਕਿ ਨਿਤ ਧਰੋਹ ਕਰਕੇ ਘੂਰਦਾ ਹੈ, ਜਾਂ ਫਿਰ ਇਸ ਦਾ ਇਹ ਵੀ ਅਰਥ ਲੱਗ ਸਕਦਾ ਹੈ ਕਿ ਧਰੋਹ ਕਰਕੇ ਦੱਬ ਰਿਹਾ ਹੈ ਅੰਦਰੋਂ। ਮਤਸਰ ਪਾਵਕ ਮੈਂ ਜਰ ਜਾਹੇ। ਇਸ ਤੋਂ ਇਲਾਵਾ ਮਤਸਰ ਦੀ ਈਰਖਾ ਦੀ ਅੱਗ ਦੇ ਵਿੱਚ ਸੜਦਾ ਜਾਂਦਾ ਹੈ।
कुटल बड़ो नहीं समझे कैसो, इतने अवगण होए जिस माहे। बड़ा वड्डा कुटल है, बड़ो नहीं समझे कैसे, मानो कि वड्डा कुटल है वो किसी भी तरीके दे नाल समझ नहीं सकदा। ਕਹਿੰਦੇ ਨੇ ਇਤਨੇ ਔਗਣ ਹੋਏ ਜਿਸ ਮਾਹੇ, ਜਿਹਦੇ ਵਿੱਚ ਇੰਨੇ ਔਗਣ ਹੋਣ ਉਹ ਕਿਸ ਤਰ੍ਹਾਂ ਗੱਲ ਨੂੰ ਸਮਝ ਸਕਦਾ ਹੈ। ਮਾਨੁਖ ਕੀ ਗਿਣਤੀ ਕੋ ਕਿਆ ਹੈ, ਬ੍ਰਹਮਾ ਸਕੈ ਨਾ ਤੇਹ ਸਮਝਾਏ। ਮਹਾਦੇਵ ਜੀ ਕਹਿੰਦੇ ਨੇ ਸਾਡੇ ਵਰਗੇ ਮਨੁੱਖਾਂ ਦੀ ਕੀ ਔਕਾਤ ਹੈ, ਕੀ ਗਿਣਤੀ ਹੈ ਕਿ ਅਸੀਂ ਪ੍ਰਿਥੀ ਚੰਦ ਨੂੰ ਸਮਝਾ ਸਕੀਏ। ਮਹਾਦੇਵ ਜੀ ਕਹਿੰਦੇ ਨੇ ਜੇਕਰ ਸਵੈਮ ਬ੍ਰਹਮਾ ਜੀ ਆ ਜਾਣ ਉਹ ਇਸ ਨੂੰ ਸਮਝਾਉਣ ਤਾਂ ਵੀ ਇਹ ਸਮਝ ਨਹੀਂ ਸਕਦਾ। श्री अर्जुन कह सुनो प्रात जी, नाहक हम सो ठान द्वेष। सतगुरु अर्जन देव सच्चे पातशाह जी ने वचन कीता, कहंदे ने हे प्राता श्री सुनो, बेकार दे विच ही प्रिथी चंद साडे नाल द्वेष करदा है। तपत करे तो हम सो कर है, बालक सो क्या कपट विशेख। सतगुरु अर्जन देव सच्चे पातशाह जी कहंदे ने ਜੇਕਰ ਤਪਦਾ ਹੈ ਸਾਡੇ ਵੱਲੋਂ ਤੇ ਕਮ ਸੇ ਕਮ ਉਹਨੂੰ ਸਾਡੇ ਨਾਲ ਦਰੋਹ ਕਰਨਾ ਚਾਹੀਦਾ ਹੈ, ਸਾਡੇ ਨਾਲ ਦਵੇਸ਼ ਕਰਨਾ ਚਾਹੀਦਾ ਹੈ। ਪਰ ਇਸ ਮਾਸੂਮ ਬਾਲਕ ਦਾ ਕੀ ਦੋਸ਼ ਹੈ? ਪਰ ਕਹਿੰਦੇ ਨੇ ਕਿ ਪਾਪ ਕਰਨ ਤੋਂ ਉਹ ਨਹੀਂ ਟਲਦਾ, ਇਸ ਬਾਲਕ ਨੂੰ ਵੀ ਮਾਰਨ ਦਾ ਉਹ ਯਤਨ ਕਰਦਾ। ਕਾਰ ਸਮੁਖ ਤੇ ਲੱਜਤ ਹੋਏ ਕਰ, ਰਹਿ ਨ ਸਕੇ ਕਹਿ ਅਜਸ ਅਸ਼ੇਸ਼। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮੂੰਹ ਤੇ ਮਾਨੋ ਕਿ ਕਲੰਕ ਦਾ ਕਾਲਾ ਦਾਗ ਲੱਗ ਗਿਆ ਹੈ, ਇਸ ਕਰਕੇ ਹੁਣ ਬਹੁਤ ਹੀ ਜ਼ਿਆਦਾ ਪ੍ਰਿਥੀ ਚੰਦ ਸ਼ਰਮਿੰਦਾ ਹੈ। ਇਸ ਕਰਕੇ ਪਿੰਡ ਦੇ ਵਿੱਚ ਰਹਿਣਾ ਨਹੀਂ ਚਾਹੁੰਦਾ, ਕਿਉਂਕਿ ਸੋਚਦਾ ਹੈ ਕਿ ਲੋਕ ਮੇਰਾ ਅਪਜਸ ਕਰਨਗੇ। ਆਪਣੀ ਖੁਸ਼ੀ ਜਾਤ ਪੁਰ ਤਜ ਕੇ, ਹਮ ਨਹੀਂ ਬੁਰਾ ਕਹਿਓ ਤਿਸ ਲੇਸ਼। ਮਹਾਦੇਵ ਜੀ ਨੂੰ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਆਪਣੀ ਖੁਸ਼ੀ ਦੇ ਨਾਲ ਉਹ ਇਸ ਨਗਰੀ ਨੂੰ ਛੱਡ ਕੇ ਜਾ ਰਿਹਾ ਹੈ। ਸਤਿਗੁਰੂ ਜੀ ਕਹਿੰਦੇ ਨੇ ਹਮ ਨਹੀਂ ਬੁਰੋ ਕਹਿਓ ਤਿਸ ਲੇਸ਼, ਅਸੀਂ ਉਸ ਨੂੰ ਨਹੀਂ ਆਖਿਆ ਲੇਸ਼ ਮਾਤਰ ਵੀ, ਪਰ ਉਹ ਤੇ ਆਪਣੇ ਆਪ ਹੀ ਨਗਰੀ ਨੂੰ ਛੱਡ ਕੇ ਜਾ ਰਿਹਾ। ਇਤਿਆਦਿਕ ਕੁਛ ਅਪਰ ਬਾਰਤਾ, ਕਰਕੇ ਮਹਾਦੇਵ ਗ੍ਰਹਿ ਆਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਹੋਈਆਂ ਤੇ ਫਿਰ ਮਹਾਦੇਵ ਜੀ ਆਪਣੇ ਘਰ ਦੇ ਵਿੱਚ ਆ ਗਏ। ਹਰ ਗੋਬਿੰਦ ਨਿਜ ਨੰਦ ਆਨੰਦਕ ਗੋਦ ਬਿਠਾਏ, ਗੰਗ ਬਲ ਜਾਏ। ਸ੍ਰੀ ਹਰ ਗੋਬਿੰਦ ਜੀ ਨੂੰ ਆਪਣੀ ਗੋਦੀ ਦੇ ਵਿੱਚ ਆਨੰਦ ਦੇ ਨਾਲ ਮਾਤਾ ਗੰਗਾ ਜੀ ਨੇ ਬਿਠਾਇਆ ਤੇ ਮਾਨੋ ਕਿ ਮਾਤਾ ਗੰਗਾ ਜੀ ਆਪਣੇ ਸੋਹਣੇ ਪੁੱਤਰ ਤੋਂ ਬਲਿਹਾਰ ਜਾ ਰਹੇ ਨੇ। ਦੀਨਨ ਦਾਨ ਦੀਨ ਸੁਤ ਕੁਸ਼ਲੀ, ਜਾਣਤ ਨਯੋ ਜਨਮ ਇਨ ਪਾਏ। ਬਹੁਤ ਸਾਰਿਆਂ ਗਰੀਬਾਂ ਨੂੰ ਦੀਨਾਂ ਨੂੰ ਬਹੁਤ ਸਾਰਾ ਦਾਨ ਦਿੱਤਾ ਹੈ ਮਾਤਾ ਗੰਗਾ ਜੀ ਨੇ, ਇਹ ਜਾਣ ਕੇ ਕਿ ਮਾਨੋ ਮੇਰਾ ਪੁੱਤਰ ਆਨੰਦ ਦੇ ਨਾਲ ਰਵੇ। ਨਯੋ ਜਨਮ ਇਨ ਪਾਏ, ਮਾਨੋ ਕਿ ਮਾਤਾ ਗੰਗਾ ਜੀ ਨੇ ਇਹ ਸਮਝਿਆ ਹੈ ਕਿ ਮੇਰੇ ਪੁੱਤਰ ਨੂੰ ਨਵਾਂ ਜਨਮ ਮਿਲਿਆ। ਰੰਕਣ ਤੇ ਆਸ਼ਕ ਗਣ ਲੀਨਸ, ਆਦਿਕ ਸੁਦਾ ਤੇ ਮਾਧੁਰ ਤਾਏ। ਜਦੋਂ ਰੰਕਾਂ ਨੂੰ ਕੰਗਾਲਾਂ ਨੂੰ ਧਨ ਦਾ ਦਾਨ ਦਿੱਤਾ, ਉਸ ਵੇਲੇ ਫਿਰ ਕਵੀ ਜੀ ਕਹਿੰਦੇ ਨੇ ਕਿ ਅੰਮ੍ਰਿਤ ਦੇ ਨਾਲੋਂ ਬਹੁਤ ਮਿੱਠੀਆਂ ਆਸ਼ੀਰਵਾਦਾਂ ਸਾਰਿਆਂ ਨੇ ਦਿੱਤੀਆਂ। ਸਰਬ ਗੁਰਨ ਹਿਤ ਕੀਨ ਤਿਹਾਵਲ, ਸ੍ਰੀ ਅਰਜਨ ਜੀ ਧਰ ਕਰ ਪਾਸ। ਸਾਰਿਆਂ ਗੁਰਾਂ ਦੇ ਹਿੱਤ ਦੇ ਵਾਸਤੇ ਫਿਰ ਬਹੁਤ ਸਾਰਾ ਕੜਾਹ ਪ੍ਰਸ਼ਾਦ ਤਿਆਰ ਕੀਤਾ ਗਿਆ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਕੜਾਹ ਨੂੰ ਆਪਣੇ ਕੋਲ ਰੱਖਿਆ। ਭਏ ਸਹਾਇਕ ਆਣ ਦਾਸ ਕੇ, ਕਰਵਾਵਤ ਪੇ ਤਬ ਅਰਦਾਸ। ਇਸ ਤੋਂ ਬਾਅਦ ਅਰਦਾਸਾ ਕੀਤਾ ਗਿਆ। ਅਰਦਾਸੇ ਦੇ ਵਿੱਚ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਇਹ ਬੇਨਤੀ ਕੀਤੀ ਹੈ ਕਿ ਤੁਸੀਂ ਆਪਣਾ ਦਾਸ ਜਾਣ ਕੇ ਸਹਾਇਤਾ ਕੀਤੀ ਹੈ ਹਰਗੋਬਿੰਦ ਜੀ ਦੀ, ਤੁਹਾਡੀ ਬਹੁਤ ਜ਼ਿਆਦਾ ਕਿਰਪਾ ਹੋਈ ਹੈ। ਇਸ ਤਰ੍ਹਾਂ ਦੇ ਬਚਨ ਕਹਿ ਕੇ ਅਰਦਾਸਾ ਕੀਤਾ ਗਿਆ। ਸੰਗਤ ਸਗਰੀ ਕਰੀ ਹਾ ਕਾਰਨ, ਵਰਤਾਇਓ ਤਿਨ ਮੈਂ ਸੁਖ ਰਾਸ। ਸਾਰੀ ਸੰਗਤ ਨੂੰ ਇਕੱਠਾ ਕੀਤਾ ਗਿਆ ਤੇ ਫਿਰ ਉਹ ਜਿਹੜਾ ਕੜਾਹ ਪ੍ਰਸ਼ਾਦ ਸੀ ਨਾ, ਉਸ ਨੂੰ ਸਾਰੀ ਸੰਗਤ ਦੇ ਵਿੱਚ ਵਰਤਾ ਦਿੱਤਾ ਗਿਆ।
जय जयकार उच्चारण करते महिमा महा सो प्रेम प्रकाश। ਸਾਰੇ ਦੇ ਸਾਰੇ ਜੈ ਜੈਕਾਰ ਦੀ ਧੁਨੀ ਨੂੰ ਉਚਾਰਦੇ ਨੇ ਔਰ ਸਤਿਗੁਰਾਂ ਦੀ ਵੱਡੀ ਮਹਿਮਾ ਨੂੰ ਪ੍ਰੇਮ ਦੇ ਨਾਲ ਫੈਲਾਉਂਦੇ ਨੇ। ਇਸ ਪ੍ਰਕਾਰ ਉਤਸਾਹ ਕੋ ਸਿੱਖ ਸੰਗਤ ਗੁਰ ਧਾਮ ਸ਼ਬਦ ਕੀਰਤਨ ਹੋਤ ਹੈ ਸਿਮਰਤ ਸਭ ਸਤ ਨਾਮ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਸਿੱਖਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਹੈ। ਗੁਰੂ ਦੇ ਘਰ ਦੇ ਵਿੱਚ ਬੜੀਆਂ ਖੁਸ਼ੀਆਂ ਹੋ ਰਹੀਆਂ ਨੇ, ਸ਼ਬਦਾਂ ਦਾ ਕੀਰਤਨ ਹੋ ਰਿਹਾ ਹੈ ਤੇ ਸਾਰੇ ਦੇ ਸਾਰੇ ਸੱਚੇ ਪਰਮੇਸ਼ਰ ਦੇ ਨਾਮ ਨੂੰ ਯਾਦ ਕਰ ਰਹੇ ਨੇ। ਤਾਨ ਤਾਨ ਗੁਰ ਕੋ ਕਹਿ ਜਹ ਕਹਿ ਕਰੇ ਸਹਾਏ ਅੰਗ ਸੰਗ ਨਿਜ ਦਾਸ ਕੇ ਬਿਗਨ ਛੋਹਣ ਨਹੀਂ ਪਾਏ। ਸਾਰੇ ਦੇ ਸਾਰੇ ਕਹਿੰਦੇ ਨੇ ਕਿ ਧੰਨ ਹਨ ਸਤਿਗੁਰੂ ਜੀ, ਧੰਨ ਹਨ ਸਤਿਗੁਰੂ ਜੀ, ਜਿੱਥੇ ਕਿੱਥੇ ਆਪਣੇ ਦਾਸ ਦੀ ਰੱਖਿਆ ਕਰਦੇ ਨੇ, ਅੰਗ ਸੰਗ ਰਹਿ ਕੇ ਦਾਸ ਦੀ ਸਹਾਇਤਾ ਕਰਦੇ ਨੇ ਤੇ ਦਾਸ ਦੇ ਸਾਰੇ ਵਿਗਨਾਂ ਨੂੰ ਦੂਰ ਕਰ ਦਿੰਦੇ ਨੇ। ਕੋਈ ਵੀ ਵਿਗਨ ਮੰਨੋ ਕਿ ਦਾਸ ਨੂੰ ਛੂ ਨਹੀਂ ਸਕਦਾ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਇਸ ਅਧਿਆਇ ਦੀ ਸਮਾਪਤੀ ਕਰਕੇ ਨਵੇਂ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਇਸ ਪ੍ਰਕਾਰ ਸ੍ਰੀ ਗੁਰੂ ਸਦਨ ਆਤੇ ਉਤਸਾਹ ਜੋ ਕੀਨ ਅਦਕ ਤਿਹਾਵਲ ਬਰਤ ਹੀ ਭਈ ਪੀਰ ਸੁਖ ਪੀਨ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਗੁਰੂ ਕੇ ਘਰ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਕੀਤਾ ਗਿਆ, ਖੁਸ਼ੀਆਂ ਮਨਾਈਆਂ ਗਈਆਂ, ਬਹੁਤ ਸਾਰਾ ਕੜਾਹ ਪ੍ਰਸ਼ਾਦ ਵਰਤਾਇਆ ਗਿਆ, ਸਿੱਖ ਸੰਗਤਾਂ ਦੀ ਬਹੁਤ ਜ਼ਿਆਦਾ ਵੱਡੀ ਭੀੜ ਜੁੜੀ। ਲਗ ਦੁੰਦਪ ਕੀ ਧੁਨ ਬਾਜਤ ਹੈ ਬਹੁ ਨਾਦ ਨਫੀਰਨ ਕੇ ਸੰਗ ਭਾਰੀ। ਛੋਟੇ ਜਿਹੜੇ ਧੌਂਸੇ ਨੇ ਉਹ ਵਜਾਏ ਜਾ ਰਹੇ ਨੇ। ਇਸ ਤੋਂ ਇਲਾਵਾ ਨਾਲ ਹੀ ਮੰਨੋ ਕਿ ਸ਼ਹਿਨਾਈਆਂ ਦੀ ਜਿਹੜੀ ਧੁਨੀ ਹੈ ਨਾ ਉਹ ਵੀ ਗੂੰਜ ਰਹੀ। ਕਰ ਪੌਰ ਕੋਲਾਹਲ ਹੋਏ ਰਿਓ ਸਭ ਆਸ਼ਿਕ ਦੇਤ ਮਿਲੇ ਨਰ ਨਾਰੀ। ਘਰ ਦੇ ਦਰਵਾਜ਼ੇ ਦੇ ਉੱਤੇ ਬਹੁਤ ਸਾਰਾ ਖੁਸ਼ੀਆਂ ਦਾ ਸ਼ੋਰ ਸ਼ਰਾਬਾ ਹੈ। ਸਾਰੇ ਦੇ ਸਾਰੇ ਇਸਤਰੀਆਂ ਪੁਰਸ਼ ਮਿਲ ਮਿਲ ਕੇ ਆਸ਼ੀਰਵਾਦ ਸ੍ਰੀ ਹਰਗੋਬਿੰਦ ਜੀ ਨੂੰ ਦੇ ਰਹੇ ਨੇ। ਪ੍ਰਿਥੀਏ ਕੋ ਗਾਰ ਨਿਕਾਰਤ ਹੈ ਨਿਤ ਪਾਪ ਵਿਖੈ ਰਤ ਜੋ ਦੁਰਾਚਾਰੀ। ਇੱਕ ਪਾਸੇ ਇਸਤਰੀਆਂ ਤੇ ਪੁਰਸ਼ ਹਰਗੋਬਿੰਦ ਜੀ ਨੂੰ ਆਸ਼ੀਰਵਾਦ ਦੇ ਰਹੇ ਨੇ, ਦੂਸਰੇ ਪਾਸੇ ਸਾਰੇ ਦੇ ਸਾਰੇ ਪ੍ਰਿਥੀਏ ਨੂੰ ਗਾਲਾਂ ਕੱਢ ਰਹੇ ਨੇ ਔਰ ਕਹਿੰਦੇ ਨੇ ਨਿਤ ਪਾਪ ਵਿਖੈ ਰਤ ਜੋ ਦੁਰਾਚਾਰੀ। ਪ੍ਰਿਥੀਆ ਵੱਡਾ ਦੁਰਾਚਾਰੀ ਹੈ ਜਿਹੜਾ ਕਿ ਮੰਨੋ ਕਿ ਪਾਪਾਂ ਦੇ ਵਿੱਚ ਰਤਿਆ ਹੋਇਆ। ਹਰ ਗੋਬਿੰਦ ਕੋ ਬਿਖ ਦੀਨ ਅਬੈ ਪਰਮੇਸ਼ਰ ਹਾਥ ਦੈ ਲੀਨ ਉਬਾਰੀ। ਸਾਰੇ ਲੋਕ ਪ੍ਰਿਥੀਏ ਦੀ ਨਿੰਦਿਆ ਕਰਦੇ ਨੇ ਕਿ ਹਰਗੋਬਿੰਦ ਨੂੰ ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ ਪਰ ਪਰਮੇਸ਼ਰ ਨੇ ਹੱਥ ਦੇ ਕੇ ਹਰਗੋਬਿੰਦ ਨੂੰ ਬਚਾ ਲਿਆ। ਮੁਖ ਕਾਰਖ ਲਗ ਗਈ ਤਿਸ ਕੇ ਮਰਬੇ ਲਗ ਜਾਏ ਨਾ ਕੈਸੇ ਪਖਾਰੀ। ਸਾਰੇ ਕਹਿੰਦੇ ਨੇ ਕਿ ਪ੍ਰਿਥੀਏ ਦੇ ਮੂੰਹ ਦੇ ਉੱਤੇ ਐਸੀ ਕਾਲਖ ਲੱਗੀ ਹੈ ਜਿਹੜੀ ਕਿ ਮਰਨ ਤੱਕ ਇਹਦੇ ਮੂੰਹ ਦੇ ਉੱਤੋਂ ਨਹੀਂ ਲੱਥੇਗੀ। ਸ਼ਰਮਿਓ ਕਰ ਬੀਚ ਦੁਰਿਓ ਮਤ ਮੂਰਖ ਬਾਦ ਹੀ ਬੈਰ ਕਰੇ ਹਿਤ ਟਾਰੀ। ਸਾਰੇ ਕਹਿੰਦੇ ਨੇ ਕਿ ਹੁਣ ਸ਼ਰਮਿੰਦਗੀ ਦਾ ਮਾਰਾ ਆਪਣੇ ਘਰ ਦੇ ਵਿੱਚ ਮੂੰਹ ਨੂੰ ਛੁਪਾ ਕੇ ਲੁਕ ਕੇ ਮੂਰਖ ਬੈਠਾ ਹੈ। ਬੈਰ ਕਰੇ ਹਿਤ ਟਾਰੀ, ਉਹ ਹਮੇਸ਼ਾ ਪਿਆਰ ਨੂੰ ਟਾਲ ਕੇ ਵੈਰ ਹੀ ਕਰਦਾ ਹੈ। ਗੁਰ ਨਾਨਕ ਕੀ ਇਹ ਜੋਤ ਬਿਰਾਜਤ ਹੈ ਗੁਣ ਪੂਰਨ ਜੇ ਸ਼ੁਭਕਾਰੀ। ਕਹਿੰਦੇ ਨੇ ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਜੋਤ ਮਾਨੋ ਕਿ ਇਸ ਜਗ੍ਹਾ ਦੇ ਉੱਤੇ ਬਿਰਾਜਦੀ ਹੈ ਗੁਣ ਪੂਰਨ ਜੇ ਸ਼ੁਭਕਾਰੀ। ਸਾਰੇ ਦੇ ਸਾਰੇ ਜਿਹੜੇ ਚੰਗੇ ਸ਼ੁਭ ਗੁਣ ਨੇ ਨਾ ਉਹ ਹਰਗੋਬਿੰਦ ਦੇ ਵਿੱਚ ਹਨ ਔਰ ਇਸ ਤੋਂ ਇਲਾਵਾ ਗੁਰੂ ਅਰਜਨ ਦੇ ਵਿੱਚ ਹਨ। ਛਲ ਬ੍ਰਿੰਦ ਕਰੇ ਨ ਛਲੇ ਕਿਸਰੀਤ ਸਦਾ ਸਰਬੱਗ ਕਿਰਤਗ ਉਦਾਰੀ। ਸਾਰੇ ਕਹਿੰਦੇ ਨੇ ਛਲ ਬ੍ਰਿੰਦ ਕਰੇ ਨਾ ਛਲੇ ਕਿਸ ਰੀਤ।
ਭਾਵ ਕੇ ਨਾ ਛਲੇ ਗਏ ਸ੍ਰੀ ਹਰਗੋਬਿੰਦ ਜੀ, ਭਾਵੇਂ ਕਿ ਪ੍ਰਿਥੀ ਨੇ ਕਿੰਨੇ ਛਲਵਲ ਕੀਤੇ। ਸਦਾ ਸਰਬੱਗ ਕਿਰਤੱਗ ਉਦਾਰੀ, ਸਦਾ ਹਰਗੋਬਿੰਦ ਜੀ ਸਰਬੱਗ ਨੇ, ਸਮਰੱਥ ਨੇ, ਕਿਰਤੱਗ ਉਦਾਰੀ, ਜੋ ਸਦਾ ਸਰਬੱਗ ਹਨ, ਕੀਤੇ ਕਰਮਾਂ ਨੂੰ ਜਾਣਨ ਵਾਲੇ ਹਨ ਚੰਗੇ ਤਰੀਕੇ ਦੇ ਨਾਲ। ਜਾਂ ਫਿਰ ਕਿਰਤੱਗ ਉਦਾਰੀ ਦਾ ਇਹ ਅਰਥ ਲੱਗ ਸਕਦਾ ਹੈ ਕਿ ਬੜੇ ਅਹਿਸਾਨ ਮੰਨਣ ਵਾਲੇ ਹਨ। ਇਹ ਬੱਤੀਆਂ ਸੁਣ ਕੇ ਸਭ ਹੀ ਤਿਸ, ਪੱਖ ਕੇ ਸਭ ਹੀ ਜਾਏ ਸੁਣਾਵੇਂ। ਕਵੀ ਜੀ ਕਹਿੰਦੇ ਨੇ ਕਿ ਇਸ ਤਰ੍ਹਾਂ ਦੀਆਂ ਸਾਰੀਆਂ ਗੱਲਾਂ ਜਿਹੜੇ ਪ੍ਰਿਥੀ ਦੇ ਪੱਖੀ ਨੇ ਉਹ ਜਾ ਕੇ ਪ੍ਰਿਥੀ ਨੂੰ ਸੁਣਾਉਂਦੇ ਨੇ। ਲੋਕ ਹਜ਼ਾਰੋਂ ਹੀ ਗਾਰ ਨਿਕਾਰਤ, ਕੀਨ ਮਹਾ ਅਗ ਬਾਕ ਅਲਾਵੇਂ। ਜਿਹੜੇ ਪ੍ਰਿਥੀ ਦੇ ਸੇਵਕ ਨੇ ਉਹ ਜਾ ਕੇ ਕਹਿੰਦੇ ਨੇ ਕਿ ਹਜ਼ਾਰਾਂ ਹੀ ਲੋਕ ਤੁਹਾਨੂੰ ਗਾਲਾਂ ਕੱਢਦੇ ਨੇ ਔਰ ਕਹਿੰਦੇ ਨੇ ਕਿ ਵੱਡਾ ਪਾਪੀ ਹੈ। ਇਸ ਤਰ੍ਹਾਂ ਦੇ ਵਚਨ ਤੁਹਾਨੂੰ ਬੋਲਦੇ ਨੇ। ਯੋਂ ਉਤਸਾਹ ਕਰੇ ਬਹੁ ਪਾਤਨ, ਬਾਦਤ ਭਾਂਤ ਅਨੇਕ ਬਜਾਵੇਂ। ਪ੍ਰਿਥੀ ਦੇ ਸੇਵਕ ਇੱਕ ਪਾਸੇ ਤੇ ਕਹਿੰਦੇ ਨੇ ਕਿ ਹਜ਼ਾਰਾਂ ਲੋਕ ਤੁਹਾਨੂੰ ਗਾਲਾਂ ਕੱਢਦੇ ਨੇ ਔਰ ਤੁਹਾਡੀ ਨਿੰਦਿਆ ਕਰਦੇ ਨੇ, ਦੂਸਰੇ ਪਾਸੇ ਇਹ ਵੀ ਦੱਸਦੇ ਨੇ ਕਿਸ ਤਰੀਕੇ ਦੇ ਖੁਸ਼ੀਆਂ ਦੇ ਉਤਸਵ ਉਹਨਾਂ ਦੇ ਘਰ ਦੇ ਵਿੱਚ ਹੋ ਰਹੇ ਨੇ, ਉਹਨਾਂ ਦਾ ਵੀ ਬਿਆਨ ਕਰਦੇ ਨੇ। ਭੀਰ ਰਹੀ ਪਰ ਪੂਰਨ ਭਾ ਕਰ, ਭੂਰ ਤੇ ਹਾਵਲ ਕੋ ਵਰਤਾਵੇਂ। ਦਾਸ ਪ੍ਰਿਥੀ ਨੂੰ ਕਹਿੰਦੇ ਨੇ ਕਿ ਉਹਨਾਂ ਦੇ ਘਰ ਦੇ ਵਿੱਚ ਬਹੁਤ ਵੱਡੀ ਸੰਗਤਾਂ ਦੀ ਭੀੜ ਲੱਗੀ ਹੋਈ ਹੈ, ਮਾਨੋ ਕਿ ਸਾਰੇ ਦਾ ਸਾਰਾ ਘਰ ਭਰਿਆ ਹੋਇਆ ਹੈ, ਬਹੁਤ ਸਾਰਾ ਕੜਾਹ ਪ੍ਰਸ਼ਾਦ ਉਹ ਸਾਰਿਆਂ ਦੇ ਵਿੱਚ ਵਰਤਾ ਰਹੇ ਨੇ। ਪ੍ਰਿਥੀ ਸੁਨਤ ਮਨ ਗਿਨਤ ਗਿਨਤ ਬਹੁ, ਕਾਜ ਨਹੀਂ ਸਿੱਧ ਪਇਓ ਸਲ ਰਹਿਓ ਛਤੀਆ। ਪ੍ਰਿਥੀ ਹੁਣ ਮਨ ਦੇ ਵਿੱਚ ਗਿਣਤੀਆਂ ਗਿਣਦਾ ਹੈ ਕਿ ਬਹੁ ਕਾਜ ਨਹੀਂ ਸਿੱਧ ਪਇਓ, ਜਿਹੜਾ ਮੈਂ ਕਾਰਜ ਸਿੱਧ ਕਰਨ ਦੇ ਵਾਸਤੇ ਚਾਹੁੰਦਾ ਸਾਂ ਉਹ ਮੇਰਾ ਕਾਰਜ ਸਿੱਧ ਨਹੀਂ ਹੋਇਆ। ਸਲ ਰਹਿਓ ਛਤੀਆ, ਮਾਨੋ ਕਿ ਜਿਹੜਾ ਸਲ ਸੀ ਨਾ ਉਹ ਨਿਕਲ ਨਹੀਂ ਸਕਿਆ, ਉਹ ਛਾਤੀ ਦੇ ਵਿੱਚ ਰਹਿ ਗਿਆ। ਨਿਫਲ ਉਪਾਏ ਗਏ ਠਾਨਤ ਅਨੇਕ ਪਏ, ਉਲਟੋ ਕਲੰਕ ਲੈ ਜਨ ਜਿਤ ਕਿਤਿਆ। ਪ੍ਰਿਥੀ ਚੰਦ ਸੋਚਦਾ ਹੈ ਕਿ ਜਿੰਨੇ ਵੀ ਯਤਨ ਕੀਤੇ ਨੇ ਸਾਰੇ ਦੇ ਸਾਰੇ ਯਤਨ ਅਸਫਲ ਹੋ ਗਏ ਨੇ। ਅਨੇਕਾਂ ਤਰ੍ਹਾਂ ਦੇ ਯਤਨ ਕੀਤੇ ਪਰ ਸਾਰੇ ਦੇ ਸਾਰੇ ਮੈਨੂੰ ਉਲਟੇ ਹੋ ਕੇ ਮਿਲੇ ਤੇ ਮੇਰੇ ਮੱਥੇ ਦੇ ਉੱਤੇ ਕਲੰਕ ਲੱਗਿਆ। ਜਾਨੋ ਜਿਤ ਕੀਤਿਆ, ਜਿੱਥੇ ਕਿੱਥੇ ਮੇਰਾ ਇਹ ਪਾਪ ਜ਼ਾਹਰ ਹੋ ਗਿਆ। ਬਿਪਰ ਮਤਹੀਨ ਬਿਖ ਦਾਵਤੇ ਨਾ ਦੀਨ ਜਿਨ, ਜਾਮਣੀ ਮੈਂ ਜਾਣ ਤੋ ਤਤਮ ਭਏ ਅਤਿਆ। ਹੁਣ ਸਾਰਾ ਜਿਹੜਾ ਦੋਸ਼ ਹੈ ਉਹ ਆਪਣੇ ਮਨ ਦੇ ਵਿੱਚ ਸੋਚ ਕੇ ਉਸ ਪੰਡਤ ਦਾ ਕੱਢਦਾ ਹੈ। ਪ੍ਰਿਥੀ ਸੋਚਦਾ ਹੈ ਕਿ ਪੰਡਤ ਮੂਰਖ ਸੀ ਜਿਨੇ ਦਾਵ ਨੂੰ ਚੰਗੇ ਤਰੀਕੇ ਦੇ ਨਾਲ ਨਹੀਂ ਵਰਤਿਆ। ਕਹਿੰਦਾ ਜਾਮਣੀ ਮੈਂ ਜਾਣ ਤੋਂ ਨਾ ਤਮ ਭਏ ਅਤਿਆ। ਇਸ ਨੂੰ ਚਾਹੀਦਾ ਸੀ ਕਿ ਜ਼ਹਿਰ ਉਦੋਂ ਦਿੰਦਾ ਜਦੋਂ ਬਹੁਤ ਹੀ ਜ਼ਿਆਦਾ ਹਨੇਰਾ ਹੁੰਦਾ। ਜੇਕਰ ਰਾਤ ਦੇ ਵੇਲੇ ਜ਼ਹਿਰ ਖਵਾਉਂਦਾ ਤੇ ਕਿਸੇ ਵੀ ਤਰੀਕੇ ਦੇ ਨਾਲ ਕਿਸੇ ਨੂੰ ਨਹੀਂ ਸੀ ਪਤਾ ਲੱਗਣਾ, ਪਰ ਪੰਡਤ ਮੂਰਖ ਨਿਕਲਿਆ ਜਿਨੇ ਕਿ ਦਿਨ ਦੇ ਵੇਲੇ ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ। ਹੋਤ ਕ੍ਰਿਤ ਕ੍ਰਿਤ ਜਬ ਬੈਰੀ ਮਿੱਤਰ ਦੇਖ ਲੇਤ, ਬਚੋ ਨਿਜ ਪਾਗਣ ਤੇ ਭਲੀ ਪਾਲ ਰਤੀਆ। ਕਹਿੰਦਾ ਕਿ ਜੇ ਮੇਰਾ ਕਾਰਜ ਸਿੱਧ ਹੋ ਜਾਂਦਾ ਤੇ ਮੈਂ ਬਹੁਤ ਹੀ ਜ਼ਿਆਦਾ ਖੁਸ਼ ਹੁੰਦਾ। ਬਚਿਓ ਨਿਜ ਭਾਗਣ ਤੇ ਭਲੀ ਭਾਲ ਰਤੀਆ, ਮਾਨੋ ਕਿ ਮੱਥੇ ਦੇ ਵੱਡੇ ਭਾਗਾਂ ਦੇ ਨਾਲ ਹਰਗੋਬਿੰਦ ਬਚ ਗਿਆ। ਨਿੰਦਕ ਬਾਣੇ ਹਨਾਰ ਕਰ ਕਰ ਕਹਿ ਪੁਰ, ਸੋਹਣਿਓ ਨਾ ਜਾਏ ਗੋ ਵਿਸਾਲ ਬੈਰ ਚੀਨਿਓ। ਪ੍ਰਿਥੀ ਚੰਦ ਸੋਚਦਾ ਹੈ ਕਿ ਬਹੁਤ ਸਾਰੇ ਮਨੁੱਖ ਮੇਰੇ ਨਿੰਦਕ ਬਣ ਗਏ ਨੇ, ਘਰ ਘਰ ਦੇ ਵਿੱਚ ਮੇਰੀ ਨਿੰਦਿਆ ਹੋ ਰਹੀ ਹੈ। ਜਿਹੜੀ ਨਿੰਦਿਆ ਬਾਹਰ ਲੋਕੀ ਮੇਰੇ ਮੂੰਹ ਦੇ ਉੱਤੇ ਕਰਨਗੇ ਉਹ ਮੇਰੇ ਤੋਂ ਸਹਾਰੀ ਨਹੀਂ ਜਾਏਗੀ, ਇਸ ਕਰਕੇ ਵੱਡਾ ਵੈਰ ਪੈ ਜਾਏਗਾ। ਐਸੇ ਚਿੰਤਾ ਠਾਣ ਕੇ ਅਦਕ ਦੁੱਖ ਮਾਣ ਕੇ, ਕਹਿਤ ਨਿਜ ਲੋਕਣ ਸੋ ਤਿਆਰੀ ਸਭ ਕੀਨਿਓ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰ੍ਹਾਂ ਦੀਆਂ ਚਿੰਤਾਵਾਂ ਨੂੰ ਮਨ ਦੇ ਵਿੱਚ ਧਾਰਨ ਕੀਤਾ ਹੈ, ਦੁੱਖ ਮੰਨ ਕੇ ਪ੍ਰਿਥੀ ਚੰਦ ਨੇ, ਤੇ ਫਿਰ ਆਪਣੇ ਸਾਥੀਆਂ ਨੂੰ ਕਹਿੰਦਾ ਕਿ ਤੁਸੀਂ ਇਸ ਪਿੰਡ ਨੂੰ ਛੱਡਣ ਦੀ ਤਿਆਰੀ ਕਰੋ। ਲਾਦ ਲਿਓ ਆਜ ਨਹੀਂ ਰਹਿ ਸ਼ੇਸ਼ ਕਾਜ ਕੁਛ, ਸਾਗਰੇ ਸਮਾਜ ਕੀ ਸੰਵਾਰ ਕਰ ਲੈਨਿਓ। ਕਹਿੰਦਾ ਕਿ ਸਾਰੇ ਦਾ ਸਾਰਾ ਸਾਜੋ ਸਮਾਨ ਲੱਦ ਲਓ,
नहीं रहे शेष काज कुछ। सारा दिन लाके सारे समान की तैयारी करो, बाकी कुछ भी ना छो। सगरे समाज की संभाल कर लीन्यो, सारे साजो समान दी संभाल करो। क्योंकि पृथ्वी सवेर दे वेले जा रहा सी, पिछे इतिहास दे विच ये जिक्र आया है कि महादेव जी ने जाके रोकिया ते फिर सारा दिन उसनू रोकना पिया। बाडी पौन सार ते सरदार पर पंथ बीच, देख है ना बोल है सो रौल होए ही न्यो। ਪ੍ਰਿਥੀ ਚੰਦ ਸਾਰਿਆਂ ਨੂੰ ਕਹਿੰਦਾ ਹੈ ਕਿ ਜਦੋਂ ਵੱਡੀ ਪੁਣਸਾਰ ਹੋਵੇਗੀ, ਜਦੋਂ ਅਜੇ ਹਨੇਰਾ ਹੋਵੇਗਾ, ਉਸ ਵੇਲੇ ਕਹਿੰਦਾ ਹੈ ਕਿ ਪਿੰਡ ਦੇ ਵਿੱਚੋਂ ਨਿਕਲਾਂਗੇ, ਕਿਉਂਕਿ ਦੇਖ ਹੈ ਨਾ ਬੋਲ ਹੈ ਨਾ ਰੌਲ ਹੋਏ ਹੀਨਿਓ। ਉਸ ਵੇਲੇ ਨਾ ਹੀ ਕੋਈ ਸਾਨੂੰ ਦੇਖੇਗਾ, ਨਾ ਹੀ ਕੋਈ ਕੁਝ ਬੋਲੇਗਾ ਤੇ ਰੌਲਾ ਕੋਈ ਨਹੀਂ ਹੋਏਗਾ। ਅੰਮ੍ਰਿਤ ਵੇਲੇ ਮਾਨੋ ਕਿ ਸਵੇਰ ਦੇ ਵੇਲੇ ਚਲੇ ਜਾਵਾਂਗੇ। तिस बासर में सब त्यारी करवाए, कहियो तम में पुरते निक सहो। सारा दिन लग के तैयारी की है ते सारियां नू सुना के ਪ੍ਰਿਥੀ ਚੰਦ ने आख्या है कि जदों बहुत ज्यादा हनेरा होवेगा ना, उदों ही पिंड दे विचों निकलांगे। नर हेर कै छेर ना कोई करे, सुन बाक कठोर को ना सहै। मानो कि जेकर दिन दे वेले निकलांगे, लोग वेख के सानू छेड़नगे। हो सकता है कि मूंह दे उत्ते आण के कठोर बचन कहण, जिन्हां बचनां नू असीं सहार नहीं सकांगे। बिगड़े नर नार जे गार निकारत, पख को धारत दे पिख पैहो। मानो कि जेड़े अर्जन दे पक्षी ने ਉਹ ਆਣ ਕੇ ਮੂੰਹ ਦੇ ਉੱਤੇ ਗਾਲਾਂ ਕੱਢਣਗੇ, ਨਿੰਦਿਆ ਕਰਨਗੇ, ਤੇ ਸਾਡੇ ਜਿਹੜੇ ਪੱਖੀ ਨੇ ਉਹ ਫਿਰ ਉਹਨਾਂ ਦੇ ਨਾਲ ਲੜਾਈ ਕਰਨਗੇ। ਇਸ ਕਰਕੇ ਪ੍ਰਿਥੀ ਚੰਦ ਕਹਿੰਦਾ ਕਿ ਦਿਨ ਦੇ ਵੇਲੇ ਨਹੀਂ ਜਾਣਾ, ਰਾਤ ਦੇ ਵੇਲੇ ਹੀ ਨਿਕਲਾਂਗੇ। ਇਸ ਤਰ੍ਹਾਂ ਦੀ ਵਿਚਾਰ ਪ੍ਰਿਥੀ ਚੰਦ ਨੇ ਬਣਾਈ ਹੈ। ਕਿਹੜੇ ਤਰੀਕੇ ਦੇ ਨਾਲ ਪ੍ਰਿਥੀ ਚੰਦ ਬਾਹਰ ਨਿਕਲੇਗਾ, ਕੀ ਕੁਝ ਹੋਵੇਗਾ, ਜਿਸ ਤਰ੍ਹਾਂ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਕੱਲ ਦੇ ਪ੍ਰਸੰਗ ਦੇ ਵਿੱਚ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਜਿਸ ਤਰ੍ਹਾਂ ਕਵੀ ਜੀ ਅੱਗੇ ਬਿਆਨ ਕਰਨਗੇ, ਮੈਂ ਸਾਧ ਸੰਗਤ ਦੇ ਸਨਮੁਖ ਉਸੇ ਤਰ੍ਹਾਂ ਅਰਜ ਕਰਾਂਗਾ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਦਾ। हे अच्युत हे पार ब्रह्म अविनाशी अगनास, हे पूरन हे सर्ब में दुख पंजन गुणतास, हे संगी हे निरंकार, हे निर्गुण सब टेक, हे गोविंद हे गुण निदान, जाके सदा विवेक, हे अपरंपर हर हरे है पी हो अनहार, हे संताह कै सदा संग ने धारा आधार, हे ठाकुर हो दास रो मैं निर्गुण गुण नहीं कोय, नानक दीजै नाम दान राखो ही परोय, याही कुल ते प्रगट होय ताही कुल को नाम, पुन द्वादश गोरिंद कहो मेरी है प्रणाम।